ਅੱਜ ਸਤਿਗੁਰਾਂ ਦੇ ਆਪਾਂ ਦੋ ਪਦਿਆਂ ਦਾ ਪਾਠ ਇਕੱਠਾ ਕੀਤਾ ਹੈ, ਕਿਉਂਕਿ ਇਹਨਾਂ ਦੋ ਪਦਿਆਂ ਦਾ ਜਿਹੜਾ ਪ੍ਰਕਰਨ ਹੈ, ਸਬਜੈਕਟ ਹੈ, ਉਹ ਇੱਕੋ ਹੀ ਹੈ। ਇਸੇ ਤਰ੍ਹਾਂ ਜਿਹੜੇ ਦੋ ਅਗਲੇ ਪਦੇ ਨੇ ਉਹਨਾਂ ਦਾ ਪ੍ਰਕਰਨ ਵੀ ਇੱਕੋ ਹੀ ਹੈ। ਜਿਵੇਂ ਅਸੀਂ ਇਸ ਪਦੇ ਦੇ ਅੱਖਰੀ ਅਰਥ ਕਰਨ ਤੋਂ ਪਹਿਲਾਂ ਇਸ ਪਦੇ ਦੇ ਸ਼ੰਤ ਦੇ ਪਹਿਲੇ ਪਦੇ ਦੀ ਤੋਕ ਹੈ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ। ਇਹ ਪਹਿਲੀ ਤੁਕ ਹੈ ਸ਼ੰਤ ਦੇ ਪਹਿਲੇ ਪਦੇ ਦੀ, ਔਰ ਦੂਸਰੇ ਪਦੇ ਦੀ ਅੰਤਲੀ ਤੁਕ ਬਿਲਕੁਲ ਇਨ ਬਿਨ ਮਿਲ ਰਹੀ ਹੈ। ਉਹ ਹੈ ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤਿਨਾਂ ਮਿਲਿਆ ਹਰ ਸੋਈ। ਉੱਥੇ ਸੀ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ। ਇੱਥੇ ਮਹਾਰਾਜ ਜੀ ਨੇ ਅਖੀਰ 'ਚ ਕਿਹਾ ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤਿਨਾਂ ਮਿਲਿਆ ਹਰ ਸੋਈ। ਇਹਦਾ ਮਤਲਬ ਸਤਿਗੁਰਾਂ ਨੇ ਇਹਨਾਂ ਦੋ ਪਦਿਆਂ ਦੇ ਵਿੱਚ ਸਤਿਗੁਰੂ ਦੀ ਉਪਮਾ, ਸਤਿਗੁਰੂ ਦੀ ਬਖਸ਼ਿਸ਼ ਤੇ ਸਤਿਗੁਰੂ ਦੇ ਸ਼ਬਦ ਕਮਾਉਣ ਵਾਲਾ ਜਿਹੜਾ ਜਿਉੜਾ ਹੈ, ਜਿਹੜਾ ਸਿੱਖ ਹੈ, ਗੁਰਮੁਖ ਹੈ, ਸਤਿਗੁਰੂ ਨੇ ਉਹਦੀ ਆਤਮਿਕ ਅਵਸਥਾ ਦਾ ਵਿਵਰਨ ਦਿੱਤਾ ਹੈ, ਉਹਦਾ ਜ਼ਿਕਰ ਕੀਤਾ ਹੈ। ਇਸ ਦੇ ਜੋ ਅੱਖਰੀ ਅਰਥ ਨੇ, ਜੋ ਆਪਾਂ ਰੋਜ਼ ਰੂਟੀਨ ਵਿੱਚ ਇਹੀ ਕਰਦੇ ਆਏ ਹਾਂ, ਤੇ ਦਾਸ ਅੱਜ ਬੇਨਤੀ ਵੀ ਕਰ ਰਿਹਾ ਸਿੱਖ ਸੱਜਣਾ ਨੂੰ ਕਿ ਆਮ ਤੌਰ 'ਤੇ ਅਸੀਂ ਸ਼ਬਦ ਪੜ੍ਹ ਕੇ ਭੂਮਿਕਾ ਕਹਿ ਕੇ ਫਿਰ ਅਰਥ ਕਰਨੇ ਹੈ, ਜਿਵੇਂ ਮੰਜੀ ਸਾਹਿਬ, ਪਰ ਇੱਥੇ ਯਤਨ ਇਹ ਕੀਤਾ ਹੈ ਕਿ ਸ਼ਬਦ ਪੜ੍ਹਿਆ ਜਾਏ, ਫਿਰ ਉਸ ਵਿਚਾਰ ਅਧੀਨ ਜਿਹੜਾ ਸ਼ਬਦ ਹੈ ਉਹਦੇ ਅੱਖਰੀ ਅਰਥ ਕੀਤੇ ਜਾਣ। ਉਸ ਦਾ ਮਕਸਦ ਸਿਰਫ ਇੰਨਾ ਹੈ ਕਿ ਅੱਖਰੀ ਅਰਥ ਆਰੰਭ ਕਰਨ ਦੇ ਨਾਲ ਸੁਣਨ ਵਾਲੇ ਸਰੋਤੇ ਦੇ ਜ਼ਿਹਨ ਵਿੱਚ ਇਹ ਗੱਲ ਬੈਠੀ ਰਹੇਗੀ ਕਿ ਅੱਜ ਦੀ ਜਿਹੜੇ ਅੰਮ੍ਰਿਤ ਬਚਨ ਨੇ ਜਾਂ ਸ਼ਬਦ ਹੈ, ਇਹਦੀ ਵਿਚਾਰ ਦਾ ਵਿਸ਼ਾ, ਮਰਕਜ਼, ਧੁਰਾ, ਸਬਜੈਕਟ ਕੀ ਹੈ। ਅੱਜ ਦੇ ਇਹਨਾਂ ਦੋ ਪਦਿਆਂ ਵਿੱਚ ਆਰੰਭ 'ਚ ਹਜ਼ੂਰ ਕਹਿੰਦੇ ਨੇ ਆਸਾ ਮਹੱਲਾ ਚੌਥਾ। ਆਸਾ ਰਾਗ ਹੈ ਤੇ ਮਹੱਲਾ ਚੌਥਾ ਦਾ ਅਰਥ ਗੁਰੂ ਰਾਮਦਾਸ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਇਹ ਬਚਨ ਹੈ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ। ਜਿਨ੍ਹਾਂ ਲਫ਼ਜ਼ ਦੇ ਆਪ ਜਾਣਦੇ ਹੋ ਅਰਥ ਜਿਨ੍ਹਾਂ ਨੇ ਬਹੁ ਵਚਨ ਵਿੱਚ। ਭੇਟਿਆ, ਭੇਟ ਦਾ ਅਰਥ ਹੈ ਮੁਲਾਕਾਤ, ਮਿਲਣਾ। ਇੱਥੇ ਅਰਥ ਕਰਾਂਗੇ ਜਿਨ੍ਹਾਂ ਨੇ ਸ਼ਰਨ ਲੈ ਲਈ, ਗੁਰੂ ਨੂੰ ਮਿਲ ਗਏ। ਇੱਥੇ ਕੇਵਲ ਬਾਹਰ ਮੁਖੀ ਰਸਮੋ ਰਿਵਾਜ ਦੇ ਤੌਰ 'ਤੇ ਭੇਟਣਾ ਨਹੀਂ, ਇਹ ਮਿਲਣੀ ਨਹੀਂ, ਇਹ ਮਿਲਣੀ ਧੁਰ ਅੰਦਰ ਤੋਂ ਹੈ, ਗੁਰੂ ਦੀ ਸ਼ਰਨ ਵਿੱਚ ਪੈ ਜਾਣਾ। ਭੇਟਿਆ ਦੇ ਅਰਥ ਗੁਰੂ ਸ਼ਰਨ, ਗੁਰੂ ਜੀ ਦੇ ਸ਼ਬਦ ਦੀ ਸ਼ਰਨ 'ਚ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਜਿਨ੍ਹਾਂ ਨੂੰ ਮੇਰੇ ਪੂਰੇ ਸਤਿਗੁਰੂ ਦਾ ਮਿਲਾਪ ਹੋ ਗਿਆ, ਪੂਰੇ ਸਤਿਗੁਰੂ ਦੀ ਸ਼ਰਨ ਵੀ ਚਲੇ ਗਏ, ਉਹਨਾਂ ਨੂੰ ਸਤਿਗੁਰੂ ਨੇ ਕੀ ਕੀਤਾ ਜੀ? ਸ਼ਰਨ ਵਿੱਚ ਜਿਹੜੇ ਗਏ ਨੇ। ਫਿਰ ਮੈਂ ਅਰਥ ਕਰਾਂਗਾ ਜਿਨ੍ਹਾਂ ਭੇਟਿਆ, ਜਿਨ੍ਹਾਂ ਨੂੰ ਮਿਲਿਆ, ਜਿਹੜੇ ਸ਼ਰਨ ਵਿੱਚ ਗਏ। ਕਿਸ ਦੀ? ਮੇਰਾ ਪੂਰਾ ਸਤਿਗੁਰੂ, ਮੇਰੇ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ। ਗੁਰੂ ਜੀ ਨੇ ਤਿੰਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ। ਤਿੰਨਾਂ ਨੂੰ ਜਿਨ੍ਹਾਂ ਨੇ ਭੇਟਿਆ ਹੈ, ਜਿਹੜੇ ਸ਼ਰਨ ਵਿੱਚ ਗਏ ਆ, ਉਹਨਾਂ ਨੂੰ ਸਤਿਗੁਰੂ ਨੇ ਹਰੀ ਦਾ ਨਾਮ ਜਿਹੜਾ ਉਹ ਪੱਕਾ ਕਰਾ ਦਿੱਤਾ, ਉਹਨਾਂ ਨੂੰ ਦ੍ਰਿੜ ਕਰਾ ਦਿੱਤਾ, ਉਹਨਾਂ ਦੇ ਧੁਰ ਅੰਦਰ ਉਸ ਨਾਮ ਨੂੰ ਵਸਾ ਦਿੱਤਾ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ, ਉਹਨਾਂ ਨੂੰ ਹਰੀ ਦਾ ਨਾਮ ਦ੍ਰਿੜ ਕਰਾਇਆ। ਤੇ ਮਹਾਰਾਜ ਕਹਿੰਦੇ ਨੇ ਇਸ ਨਾਮ ਦੀ ਕੀ ਬਖਸ਼ਿਸ਼ ਹੋਈ? ਜਦੋਂ ਦ੍ਰਿੜ ਕਰਾ ਦਿੱਤਾ, ਦ੍ਰਿੜ ਕਰਾਉਣ ਦਾ ਅਰਥ 5-7 ਮਿੰਟ ਨਾਮ ਨਹੀਂ ਬੋਲ ਕੇ ਜਪਾਇਆ, ਗੁਰ ਪ੍ਰਸਾਦ ਵਾਪਰੀ, ਗੁਰੂ ਨੇ ਬਖਸ਼ਿਸ਼ ਕੀਤੀ, ਨਾਮ ਉਹਨਾਂ ਦੇ ਅੰਦਰ ਚੱਲ ਪਿਆ। ਤੇ ਗੁਰੂ ਜੀ ਕਹਿੰਦੇ ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ।
तिस की ਇਹਦਾ अर्थ है उस दी। किस दी जी? जिन्हें पूरा सतगुरु भेटिया। पिछली तुक नूं नाल लैके चलांगे। जिन्ना पूरा सतगुरु भेटिया ते जिन्हां नूं सतगुरु ने हर नाम दृढ़ करा दिता, उन्हां दी जिहड़ी तृष्णा है, अंदर दी प्रबल मंग जिहड़ी सी, जिहड़ी भुख सी, वो हर तरह की भुख गुरु ने उतार दी, वो शांत हो गई। तिस की तृष्णा भुख सब उतरै कौनां दी? जो हर नाम ध्यावै, जो हरि दे नाम नूं ध्याउंदे ने। पर वो जिन्हां नूं सतगुरु ने नाम दृढ़ कराया होया है। फिर अर्ज करांगा कि अर्थ जिन्ना भेटिया मेरा पूरा सतगुरु, तिन हर नाम दृढ़ावै राम राजे। जिन्हां नूं मेरे पूरे गुरु दा मिलाप हासिल हो गया, उन्हां नूं सतगुरु ने हरि नाम दृढ़ करा दिता, प्रभु दा नाम दृढ़ कराया। तिस की तृष्णा भुख सब उतरै। उन्हां दी जिहड़ी भुख सी, अंदर दियां इच्छावां सन, अंदर दे फुरने सन तृष्णा अधीन, वो सतगुरु ने बिल्कुल हर तरह की भुख ला दी। पर किन्ने लाई? जो हर नाम ध्यावै, जिहड़ा हरि दे नाम नूं ध्याउंदा है। फिर अगला बचन जी देखो, असी एक एक तुक नाल चल रहे हैं। महाराज कहने फिर जो हर हर नाम ध्याएंदे, जिहड़े हरि दे नाम नूं ध्याउंदे ने, जिन्हां नूं गुरु ने नाम दृढ़ कराया, जिन्हां ने नाम नूं ध्याया, ते जिहड़े रोज़ हरि दे नाम नूं ध्याउंदे ने, सतगुरु कहंदे तिन जम नेड़ ना आवे। उन्हां जगियासुआं दे, उन्हां पुरखां दे, उन्हां मनुखां दे नेड़े जम नहीं आउंदा। उन्हां अंदरों मौत दा भय खत्म हो जांदा है। जमदूत दा उन्हां नूं त्रास नहीं रहिंदा, उन्हां दे नेड़े नहीं आउंदा जमगण। ते महाराज अगे फिर कहंदे जन नानक कहो, हजूर ने फरमाया तिन जम नेड़ ना आवे, जन नानक कहो हर कृपा कर। इहदा अर्थ दास नानक ते हरि जी तुसी किरपा करो। भावें इत्थे पाठ सतगुरां ने कक्के दे पैर च राह रखा, किरपा नहीं। इहदा पाठ गुरमुख दस दिया, इस तरह करो जन नानक कहो हर कृपा कर। अर्थ किरपा ही है कि दास नानक उत्ते हरि जी आप कृपा करो, तुसी किरपा करो, मेहर करो, बख्शिश करो। फिर बेनती करा जन नानक कहो हर कृपा कर, आप जी किरपा करो, मेहर करो। नित जपै हर नाम, मैं दास नानक रोज़ाना बिना नागा रूटीन विच दिन ब दिन आप जी दे उस नाम नूं जपां। किहड़ा नाम? हर नाम तरावै, जिहड़ा हरि दा नाम इस जीव नूं भव सागर तो, संसार समुंदर तो पार उतार दिंदा है। एक है सतगुरु दा पहला पदा, जिहदे अखरी अर्थ कीते। हुण इस तो अगे इहदे नाल बिल्कुल मिल रहा सबजैक्ट। दूसरे पदा विच महाराज कहंदे जिन्नी गुरमुख नाम ध्याया। आप नूं मैं अर्ज कीती पहले पदे विच सी जिन भेटिया मेरा पूरा सतगुरु, तिन हर नाम दृढ़ावै राम राजै। राम राजे इत्थे गुरु जी कहंदे जिन्नी गुरमुख नाम ध्याया। जिन्नी दा अर्थ बहुवचन, जिन्हां ने। गुरमुख दा अर्थ है गुरु दे सन्मुख हो के, गुरु वाल अपना मुख करके, जिन्हों भेटिया क्या महाराज जी ने, गुरु दी शरण विच पै के नाम ध्याया, नाम नूं ध्याया। इहदा मतलब गुरु नूं समर्पित हो के नाम ध्याया। तिन्ना फिर बिघन ना होई राम राजे। जिन्हां ने गुरु दी शरण च पै के परमेश्वर दा नाम जपिया, उन्हां दे जीवन पंध विच, उन्हां दे जीवन रस्ते विच कोई बिघन, कोई रुकावट उन्हां नूं रोक नहीं सकी नाम वल्लों। तिन्हां फिर बिघन ना होई राम राजे, जिन्नी सतगुर पुरख मनाया। जिन्हां ने नाम दे दाते नूं, सतगुरु पुरख, पुरख दा अर्थ करांगे समर्थ, जिहदे सारियां ताकतां ने। जिन्हां ने सतगुरु पुरख नूं मना लिया, तिन पूजै, तिन पूजे सब कोई। जिन्हां ने सतगुरु नूं मनाया, उन्हां जगियासुआं नूं, उन्हां गुरमुखां नूं, उन्हां गुरसिखां नूं सब कोई पूजदा है। उन्हां दा सन्मान, मान, आदर सत्कार किया जाता है। महाराज अगे कहते जिन्नी सतगुर प्यारा सेविया। जिन्हां ने फिर प्यारे सतगुरु नूं सेविया,
प्यारे सतगुरु नूं याद किया, उहदी सेवा की जी। महाराज कहते तिन्हां सुख सद होई, उन्हां नूं एक घड़ी दा सुख नहीं, उन्हां नूं सदैव काल लई पार ब्रह्म परमेश्वर ने आत्मक सुख दी दात दे दित्ती। इस दूसरे पदे दे अखीर च महाराज गुरु रामदास बख्शिश करदे आ, जिन्हां नानक सतगुरु भेटिया। महाराज हुणे कर चुका कि यह प्रकरण इको, जिन्हां ने धन गुरु रामदास कहते ने सतगुरु भेटिया, गुरु की शरण च गए, गुरु नूं मिले। ते महाराज कहते ने भाई तिन्हां मिलिया हर सोई, जिन्हां नूं सतगुरु मिल गया उन्हां नूं हरि मिल गया, जिन्हां ने सतगुरु नूं भेट लिया उन्हां ने परमात्मा नूं भेट लिया। ਜਿਹੜੇ सतगुरु दे घर चले गए, गुरु द्वारे ने उन्हां नूं प्रभु दे द्वारे ते पहुँचा दिता। जिन्हां ने गुरु तो नाम ले लिया उन्हां नूं सतगुरु ने परम धाम बख्श दिता, उस प्रभु दे धाम चले गए। यह है सतगुरु जी दे इन्हां दो पदियां दी आखरी विचार, जिहड़ी आपां हजूर दी मेहर नाल इहनूं व्याख्या समय अनुसार करने। मैं अर्ज की, आपने सुन लिया आखरी अर्थ। ते इन्हां दोनों पदियां दा प्रकरण सतगुरु नाम, सतगुरु दी शरण ते ओदी बदौलत जिहड़ी किरपा है, तृष्णा दा खत्म होना, जम दा डर मुक जाना, सतगुरु दी किरपा नाल रस्ते विच विघन कोई ना पैने, ते सतगुरु दा मान सत्कार करके उन्होंने सेव के सदैव काल वास्ते आत्मक अंदर दे सुख नूं पूंझना। ये असी महाराज दे अज दे बचन करांगे सांझे, क्योंकि पिछले दिनों तो आप देखो गुरु रामदास जिवें गुरु तेग बहादुर साहब दे श्लोकां दे आपां अर्थ कीते, उस विच वार वार माया, लोभ, ममता, उस्तत, निंदिया, संसार दी नाशवंता, छिन भंगुरता ਉਹਦਾ ਜ਼ਿਕਰ ਆਇਆ। ਹੁਣ ਆਪ ਦੇਖੋ ਜਿਸ ਦਿਨ ਦਾ ਆਪਾਂ ਗੁਰੂ ਰਾਮਦਾਸ ਜੀ ਦੇ ਇਹ ਅੰਮ੍ਰਿਤ ਬਚਨ ਸ਼ੁਰੂ ਕੀਤੇ, ਤੇ ਗੁਰੂ ਰਾਮਦਾਸ ਮੇਰਾ ਨਹੀਂ ਖਿਆਲ ਜੇ ਕਿਸੇ ਵਕਤ ਜਿਸ ਦਿਨ ਗੁਰੂ ਨੂੰ ਚੇਤੇ ਨਾ ਕਰਦੇ ਕੋ, ਵਾਰ-ਵਾਰ ਸਤਿਗੁਰੂ, ਗੁਰੂ ਜੀ, ਮਹਾਰਾਜ, ਨਾਮ ਜੀ। ਇਸੇ ਕਰਕੇ ਜਦੋਂ ਅਸੀਂ ਪਿਛਾ ਪੜ੍ਹ ਕੇ ਆਏ ਤੇ ਮਹਾਰਾਜ ਜੀ ਨੇ ਕਿਹਾ ਕਿ ਗੁਰ ਅੰਮ੍ਰਿਤ ਭਿੰਨੀ ਦਿਓਰੀ, ਅੰਮ੍ਰਿਤ ਬੁਰਕੇ ਰਾਮ ਰਾਜੇ। ਗੁਰੂ ਦਾ ਜ਼ਿਕਰ ਕਰਦੇ ਹਾਂ। इस दा कारण ये वे आपां जदों सतगुरु गुरु रामदास जी की बाणी पढ़ने हैं ना जी, देखो गुरु रामदास की बाणी च बहुत बैराग है। इहदा जिक्र असीं बहुत घट करने, ते खास करके उन्हां दी जिहड़ी गौड़ी की वारक है गुरु ग्रंथ साहिब विच, उस उन्हां ने उस वक्त दे जिहड़े गुरु घर दे निंदक ने, ईरखालू ने, पराई तात रख के गुरु दा बुरा मंगण वाले ने। याद रखो उस गौड़ी कवार विच गुरु रामदास ने निंदकां दी, हंकारियां दी, गुरु घर दे विरोधियां दी शब्द दे खड़क दे नाल तसल्ली करा के रख दित्ती है, शब्द दे गुरज नाल, शब्द दे शस्त्र नाल। मैं इस करके थोड़ा जिहा आप जी नूं अज फिर सतगुरु शब्द ते थोड़ी जी अर्ज करनी है, दोनों पक्ष रखांगा, क्योंकि इस गुरु ग्रंथ साहिब दे खजाने नूं अज जिमें किसी की मर्जी होंदी है। मैं ये नहीं कह रहा मैं बड़ा परफेक्ट हाँ, मैनू बहुत कुछ पता है। मैं ये शब्द भी मैं विखावे की निमरता लई नहीं कह रहा। सच एवे मैं इको भुख लैके जिथों भी कोई गुण मिलता है, जिथों भी उम्र वड्डी होवे छोटी होवे, इहदा तकाजा नहीं। बस इको भावना कि गुरु ग्रंथ साहिब जी आप जी दे शब्द विच समाउण दी जाच आ जाए। ते गुरु ग्रंथ साहिब दे जिहड़े शब्द ने, हर बंदा इहदी व्याख्या अपने ढंग दे नाल करी जा रहा है। याद रखो जो कुछ उन्हें पढ़िया हुंदा है, विचार बहुत घट ने जिहड़े शब्द नूं मत्था टेक के कहंदे आ दाता कि सानू ओ समत, ओ सोझी दे जिहड़ी आप जी ने अपनी बाणी शब्द विच रखी है। नहीं तां पहिलां पता नहीं किन्ने को सिੱਖੀ दे मगर पए आ। मैं तो नैगेटिव नहीं कहांगा, जिहड़ा बाबे फरीद ने कहा ना, सरवर पंखी हेकड़ो फाही वाल 50, फसाण वाले 50 तुरे फिरदे। कुछ लोकां दे विचार पहलां किसे ना किसे विचारधारा नाल पहलां जुड़े होए आ पिछोकड़ विच, वो विचारधारा उन्हां दे ज़हन च काम करदी।
ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਉਹ ਸ਼ਬਦਾਂ ਦੀ ਪੋਸ਼ਾਕ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਲੈਂਦੇ ਆ, ਪਰ ਅੰਦਰ ਦੀ ਜਿਹੜੀ ਵਿਚਾਰਕ ਹੈ ਉਹ ਆਪਣੀ ਪਰੋਸ ਕੇ ਦੇਈ ਜਾਂਦੇ ਆ। ਇਉਂ ਸ਼ਬਦ ਕਹਾਂ ਕਿ ਭਾਂਡਾ ਗੁਰੂ ਸ਼ਬਦ ਦਾ ਲਈ ਜਾਂਦੇ ਆ, ਹਾਲਾਂਕਿ ਸ਼ਬਦ ਭਾਂਡਾ ਨਹੀਂ, ਇਹਦੇ ਵਿੱਚ ਸਭ ਕੁਝ ਹੈ, ਪਰ ਵਿਚਾਰ ਆਪਣੇ ਵਿੱਚ ਪਰੋਸ ਕੇ ਦੇਈ ਜਾਂਦੇ ਆ। ਤੇ ਨਾਲ ਹੀ ਕਹਿੰਦੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਤੇ ਇਮੋਸ਼ਨਲ ਹੋਇਆ, ਜਜ਼ਬਾਤੀ ਹੋਇਆ ਬੰਦਾ ਮੰਨਦਾ ਹੈ ਵੀ ਵਾਕਈ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਹੇ। ਮੈਂ ਕਈ ਮਤਾਂ ਦੇ ਐਸੇ ਗ੍ਰੰਥਾਂ ਦਾ ਅਧਿਐਨ ਕੀਤਾ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੈਂਦੇ ਆ ਤੇ ਵਿਆਖਿਆ ਉਹ ਆਪਣੇ ਦੇਹਧਾਰੀ ਗੁਰੂ ਦੀ ਕਰੀ ਜਾਂਦੇ ਆ। ਇਹ ਵੀ ਕਹੀ ਜਾਂਦੇ ਆ ਕਿ ਦੇਖੋ ਜੀ ਦੇਹਧਾਰੀ ਗੁਰੂ ਹੀ ਸਭ ਕੁਝ ਕਰਦਾ ਹੈ, ਪਰ ਨਾਲ ਕੀ ਕਰਦੇ ਆ, ਬਾਣੀ ਉਹ ਕੋਟ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ, ਤੇ ਚਲਾਕੀ ਇਹ ਵਰਦੇ ਨੇ। ਨਾਲ ਇਹ ਕਹੀ ਜਾਂਦੇ ਨਹੀਂ ਜੀ ਜਿਹੜਾ ਦੇਹ 'ਚ ਨਹੀਂ ਹੈਗਾ ਕੀ ਉਪਦੇਸ਼ ਦੇਗਾ। ਮੇਰੀ ਇੱਕ ਬੇਨਤੀ ਹੈ, ਜਿਹੜਾ ਦੇਹ 'ਚ ਨਹੀਂ ਰਿਹਾ ਤੁਹਾਡੇ ਮੁਤਾਬਕ ਤੁਸੀਂ ਉਹਨੂੰ ਸਵੀਕਾਰ ਨਹੀਂ ਕਰਦੇ, ਦੇਹ ਚਲੀ ਗਈ ਤੇ ਤੁਹਾਡਾ ਗੁਰੂ ਚਲਾ ਗਿਆ। ਮੈਂ ਆਪਣਾ ਗੁਰੂ ਨਹੀਂ ਕਹਾਂਗਾ, ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਹ ਜ਼ਬਾਨ ਸੜ ਜਾਏ ਜਿਹੜੀ ਕਹਿੰਦੀ ਹੈ ਕਿ ਗੁਰੂ ਮਰ ਗਿਆ ਹੈ। ਕਹਿੰਦੇ ਨਾ, ਹਰ ਬੰਸ ਜਗਤ ਜਦ ਸੰਚਰਿਓ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਪਰ ਜੇ ਇਹ ਕਹਿ ਰਹੇ ਆ ਵੀ ਈਰਖਾ 'ਚ ਨਹੀਂ ਲਿਜਾਣਾ ਪਲੀਜ਼, ਵੀ ਅਸੀਂ ਉਹ ਮੰਨਦੇ ਹਾਂ ਜਿਹੜਾ ਬੋਲ ਰਿਹਾ ਹੈ, ਤੇ ਫਿਰ ਉਹਨਾਂ ਦੀ ਬਾਣੀ ਕੋਟ ਕਰਕੇ ਤੁਸੀਂ ਗ੍ਰੰਥ ਕਿਉਂ ਲਿਖਦੇ ਪਏ ਹੋ ਜਿਹੜੇ ਚਲੇ ਗਏ ਆ। ਪਿਆਰਿਓ, ਬਾਣੀ ਸ਼ਬਦ ਉਹਨਾਂ ਦਾ ਵਰਤਦੇ ਪਏ ਹੋ ਕਿ ਜਿਹੜੇ ਦੇਹ ਦੇ ਤੌਰ ਤੇ ਚਲੇ ਗਏ, ਉਹਨਾਂ ਦੇ ਸ਼ਬਦ ਥੱਲੇ ਆਪਣੀ ਦੇਹ ਦੀ ਪੂਜਾ ਕਰਾ ਰਹੇ ਹੋ। ਇਸ ਕਰਕੇ ਮੈਂ ਅੱਜ ਬੇਨਤੀ ਕਰਾਂਗਾ ਫਿਰ ਦੁਬਾਰਾ, ਸ਼ਬਦ ਆਇਆ ਸਤਿਗੁਰੂ ਪੁਰਖ, ਜਿਨ੍ਹਾਂ ਸਤਿਗੁਰੂ ਭੇਟਿਆ। ਗੁਰੂ ਜੀ ਨੇ ਅੱਜ ਫਿਰ ਸਤਿਗੁਰੂ ਦੀ ਜਿਹੜੀ ਉਪਮਾ ਬਹੁਤ ਜ਼ਿਆਦਾ ਕੀਤੀ ਹੈ। ਇਸ ਵਿੱਚ ਦੋ ਪੱਖ ਨੇ। ਇੱਕ ਤਾਂ ਅਰਜ਼ ਹੈ ਕਿ ਜਦੋਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਆਪਣੇ ਗੁਰੂ ਦੀ ਗੱਲ ਕਰਦੇ ਨੇ, ਗੁਰੂ ਨਾਨਕ ਸਾਹਿਬ, ਇਸ ਵਿੱਚ ਜਿੰਨੇ ਭਗਤ ਨੇ ਤਕਰੀਬਨ, ਭਾਵੇਂ ਉਹ ਸੰਸਾਰੀ ਤੌਰ ਤੇ ਕਿਸੇ ਪद्धਤੀ ਨਾਲ ਜੁੜੇ ਹੋਏ ਸਨ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਗੱਲ ਚੱਲੇਗੀ ਉਹ ਗੱਲ ਉਸ ਸ਼ਬਦ ਦੀ ਕਰਨਗੇ, ਉਸ ਗੁਰੂ ਦੀ ਕਰਨਗੇ ਜਿਹੜਾ ਜੰਮਦਾ ਤੇ ਮਰਦਾ ਨਹੀਂ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਜੀ, ਜੋ ਬਾਣੀ ਸਾਨੂੰ ਦੱਸਿਆ ਕਿ ਪਿਛਲੇ ਦਿਨੀ ਮੈਂ ਕਿਹਾ ਵੀ ਗੁਰੂ ਦੇ ਲਫ਼ਜ਼ੀ ਅਰਥ ਅਸੀਂ ਕਰਨੇ ਕਿ ਮਾਸਟਰ ਟੀਚਰ ਮੈਂ ਇਹ ਦੁਹਰਾਵਾਂਗਾ ਨਹੀਂ। ਇਹ ਸ਼ਬਦ ਜਿਹੜਾ ਗੁਰੂ ਹੈ ਜਾਂ ਸਤਿਗੁਰੂ ਹੈ, ਇਹਦੇ ਕੋਸ਼ਗਤ ਅਰਥ ਆਪਾਂ ਦੇਖ ਲੈਂਦੇ ਹਾਂ, ਪਰ ਆਪਾਂ ਕੋਸ਼ਗਰ ਅਰਥ ਦੀ ਥਾਂ ਡਿਕਸ਼ਨਰੀ 'ਚ ਜਿਹੜੇ ਅਰਥ ਲਿਖੇ ਨੇ ਉਹਦੀ ਥਾਂ ਤੇ ਆਪਾਂ ਯਤਨ ਕਰਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਿਭਾਸ਼ਕ ਅਰਥ ਕੀ ਨੇ। ਕਿਉਂਕਿ ਸਾਡਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ, ਸਾਡਾ ਇਸ਼ਟ ਕੋਈ ਕੋਸ਼ ਨਹੀਂ। ਕੋਸ਼ਗਤ ਮੈਂ ਅਰਜ਼ ਕੀਤੀ ਸੀ, ਸਹਾਰਾ ਲੈਂਦੇ ਹਾਂ ਲਫ਼ਜ਼ਾਂ ਦੇ ਅਰਥ ਲੱਭਣ ਲਈ, ਪਰ ਫਿਰ ਵੀ ਜਿਹੜਾ ਗੁਰੂ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਦੇ ਜਿਹੜੇ ਕੋਸ਼ਗਤ ਅਰਥ ਨੇ ਉਹ ਕਰਕੇ, ਮਹਾਰਾਜ ਕਿਵੇਂ ਕਹਿੰਦੇ ਆ ਸਤਿਗੁਰੂ, ਗੁਰੂ ਕੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਵੇਖੋ ਪਿਆਰਿਓ, ਜਿਹੜਾ ਗੁਰੂ ਸ਼ਬਦ ਦੇ ਸੰਸਕ੍ਰਿਤ ਦੀ ਗਰੀ ਧਾਤੂ ਤੋਂ ਪੈਦਾ ਹੋਇਆ, ਇਹ ਦੋ ਅੱਖਰ ਨੇ ਗੋ ਅਤੇ ਰੂ। ਗੋ ਦਾ ਅਰਥ ਹੈ ਹਨੇਰਾ ਤੇ ਰੂ ਦਾ ਅਰਥ ਚਾਨਣ। ਭਾਈ ਕਾਹਨ ਸਿੰਘ ਨਾਭਾ ਕਰਦੇ ਆ, ਗੁਰੂ ਦਾ ਅਰਥ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਨਿਗਲ ਜਾਂਦਾ ਹੈ। ਇਹਦਾ ਅਰਥ ਕਰਦੇ ਆ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਕੇ ਰੂਹਾਨੀ ਪ੍ਰਕਾਸ਼ ਕਰ ਦੇਵੇ, ਉਸ ਲਈ ਅਸੀਂ ਸ਼ਬਦ ਵਰਤਨੇ ਆ, ਉਹ ਗੁਰੂ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ 'ਚ ਆਪਾਂ ਜਿਹੜਾ ਸਤਿਗੁਰੂ ਸ਼ਬਦ ਹੈ, ਪਹਿਲਾਂ ਤਾਂ ਇਹਦੇ ਸੰਬੰਧੀ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਹੈ। ਹਜ਼ੂਰ ਨੇ ਫਰਮਾਇਆ ਕਿ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਕਿ ਸਤਿਪੁਰਖ ਜਿਨ ਜਾਣਿਆ, ਸਤਿਪੁਰਖ ਦਾ ਅਰਥ ਹੈ ਅਕਾਲ ਪੁਰਖ, ਤੇ ਅੱਜ ਬਚਨ ਇਹ ਵੀ ਆਇਆ ਹੈ ਕਿ ਸਤਿਗੁਰੂ ਪੁਰਖ, ਤੇ ਮਹਾਰਾਜ ਜੀ ਨੇ ਉੱਤੇ ਸ਼ਬਦ ਵਰਤਿਆ ਕਿ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਜਿਸ ਨੇ ਸਤਿਪੁਰਖ ਨੂੰ, ਮਹਾਂਪੁਰਖ ਅਕਾਲ ਪੁਰਖ ਨੂੰ ਜਾਣਿਆ, ਉਹਦਾ ਨਾਮ ਸਤਿਗੁਰੂ ਹੈ। ਇਹਦਾ ਆਖਰੀ ਅਰਥ ਹੈ ਸੱਚਾ ਗੁਰੂ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ। ਉਹਨਾਂ ਦੀ ਸੰਗਤ ਕਰਕੇ ਸਿੱਖਾਂ ਦਾ ਉਧਾਰ ਹੁੰਦਾ ਹੈ, ਸਿੱਖ ਦਾ ਪਾਰ ਉਤਾਰਾ ਹੁੰਦਾ ਹੈ। ਨਾਨਕ ਹਰ ਗੁਣ ਗਾਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਗਿਆਸੂ, ਉਹ ਸਿੱਖ ਹਰੀ ਦੇ ਗੁਣ ਗਾਉਂਦਾ ਹੈ।
उंज भारत वर्ष विच गुरु पद्धति जिहड़ी गुरु ये शब्द है ये कई संप्रदावां ने जिहड़ी गुरु ते चेले दी आपसी सांझ पांदियां ने, वो गद्दी दर अगे गद्दी चलदी है। इनू थोड़ा जिहा क्लीयर कर ले। गुरु ग्रंथ साहिब जी दे विच सतगुरु शब्द महाराज जी ने गुरु हरगोबिंद साहिब नू एक बारी सिखां ने इस संबंध विच प्रश्न कीता सी कि महाराज जी आप जी दसो कि जिहड़ा सतगुरु शब्द है जां गुरु शब्द है ये बहुत सारे लोग वरतदे आ, गुरु जी गुरु शब्द वरतदे आ। फिर गुरु हरगोबिंद साहिब ने इस प्रश्न का उत्तर देने लई भी जो गुरु शब्द वरतदे आ, महाराज जी ने एक वचन क्या कहन लगे, गुरुआं दियां 4 श्रेणियां ने। इत्थे मैं फिर बेनती करांगा, इस दे अर्थ समझण लई मैं अर्ज कर रहा। गुरुआं दियां 4 श्रेणियां ने। महाराज जी ने कहा पहले गुरु ऐसा है जिन्हों भृंगी गुरु कहा जाता है। दूसरा जिहड़ा है उन्होंने बावन चंदन गुरु कहिंदे आ। तीसरे नूं पारश गुरु कहिंदे आ। ते चौथा जिहड़ा है मुकम्मल उन्होंने दीपक गुरु कहा जाता है। मैं फिर शब्द रिपीट करना कि पहले लिए शब्द वरत्या जाता है भृंगी गुरु, दूसरे लिए वरत्या जाता है बावन चंदन गुरु, तीसरे लिए शब्द वरत्या जाता है पारश गुरु, ते चौथे वास्ते वरत्या जाता है दीपक गुरु। सिखां ने बेनती की 6वें गुरुदेव नूं, महाराज जी आप जी कृपा करो ते इन्हां चारां दी संखेप जी थोड़ी थोड़ी सानू व्याख्या करके दस दिओ, खुलासा कर दिओ थोड़ा जिहा। ते महाराज उत्थे बचन करदे आ, ध्यान दिया जिन्हां शब्दां वल। भृंगी गुरु जिहड़े कथा करदे आ उन्हां सज्जनां नूं विद्वानां नूं पता है मैं किस ग्रंथ चों बोल रहा। जिन्हां नहीं सुनिया उन्हां लई सिर्फ बेनती है भी जानकारी लई, भृंगी गुरु का मतलब कि भृंगी एक कीड़ा है। वो खास किस्म के कीड़ियां नूं पकड़ के लिआउंदा है ते उन्हां नूं अपने टिकाणे ते लिया के उन्हां दे मूँह दे कोल अपनी धुनी अपने मूँह चों आवाज़ कढदा है। चलो विद्वान सज्जन शब्द वरत्या पी पी की आवाज़ वो कढदा है। खास किस्म के कीड़ियां नूं पकड़दा है ते उन्हां नूं पकड़ के उन्हां दे मूँह कोल अपनी आवाज़ अपनी धुनी जां अपने मूँह चों वो साउंड कढदा है, पी पी की आवाज़ आउंदी है। कुछ दिनां बाद वो भृंगी कीड़े की धुनी का जां उहदी आवाज़ का इन्ना क असर पैंदा है कि वो कीड़ा जिहड़ा है वो भी उस भृंगी की तरह जिहड़ा है वो बोलन लग पैंदा, वो भी उस तरह साउंड उस तरह उहदा नाद जां उहदी आवाज़ निकलन लग पैंदी। महाराज कहंदे ने भृंगी गुरुआं दा वो जमात है जिहड़ी जिवें भृंगी कीड़ा सारे कीड़ियां नूं अपनी आवाज़ नहीं दे सकदा, खास जाति दे खास किस्म के कीड़ियां नूं वो पकड़ के आवाज़ दिंदा, हर कीड़े नूं नहीं। कहंदे ने भृंगी गुरु की वो श्रेणी है जिहड़ी खास जाति दे खास बिरादरी दे लोकां नूं अपना शब्द अपना ज्ञान देंदे ने। हर प्राणी मात्र वास्ते उन्हां दा ज्ञान नहीं हुंदा। जिवें भृंगी कीड़ा हर कीड़े नूं अपनी आवाज़ नहीं दिंदा, इसे तरह जिहड़े भृंगी गुरु ने वो खास जाति खास श्रेणी खास बिरादरी उन्हां नूं अपने उपदेश देंदे ने, हर प्राणी मात्र हर मानव मात्र लई नहीं। महाराज कहंदे ने इन्हां नूं भृंगी गुरु कहा जाता है। दूसरा है कि बावन चंदन गुरु, क्योंकि बाणी विच इस चंदन रुख का महाराज जी ने काफ़ी बारी जिक्र किया है। बावन चंदन का अर्थ होया जिवें चंदन का रुख, बावन चंदन खास रुत विच अपनी महक अपनी सुगंधी दिंदा है ते जिहड़ी ढक पला निम छिछरा इहदे उत्ते अपना असर कर जाती है। पर बावन चंदन जिहड़ा है वो वास विच अपनी सुगंधी नहीं प्रवेश करा सकता, वो वास नूं तब्दील नहीं कर सकता। कहंदे बावन चंदन गुरु वो ने जिहड़े खास खास समयां ते अपना उपदेश दिंदे ने कुछ कुछ श्रेणी नूं, पर जिवें वास चंदन तो प्रभावित नहीं हुंदा। कई वारी कई बंदे ऐसे ने वास की तरह कि जिहड़े उन्हां दे गुरु शक्ति तो प्रभावित नहीं हुंदे, उन्हां नूं बावन चंदन कहने पर तब्दीली वो जरूर लैके आउंदे। तीसरा है
पारस गुरु। पहला भृंगी गुरु, दूसरा बावन चंदन गुरु, तीसरा है पारस गुरु। ਜਿਹੜਾ ਪਾਰਸ ਆਪ ਸਭ ਨੂੰ ਪਤਾ ਉਹ 8 ਧਾਤਾਂ ਨੂੰ ਇਹ ਸੋਨਾ ਬਣਾ ਦਿੰਦਾ ਹੈ। ਪਾਰਸ 8 ਧਾਤਾਂ ਨੂੰ ਚੇਂਜ ਕਰਦਾ ਹੈ, ਲੋਹਾ ਪਿੱਤਲ ਤਾਂਬਾ ਆਦਿਕ। ਪਰ ਉਹ ਪਿੱਤਲ ਨੂੰ ਲੋਹੇ ਨੂੰ ਇਹਨਾਂ ਧਾਤਾਂ ਨੂੰ ਤਬਦੀਲ ਕਰਕੇ ਸੋਨਾ ਬਣਾ ਦਿੰਦਾ ਹੈ। ਪਰ ਪਾਰਸ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਸ ਮੈਟਲ ਨੂੰ ਉਸ ਧਾਤ ਨੂੰ ਆਪਣੇ ਵਰਗਾ ਪਾਰਸ ਕਰ ਸਕੇ ਤੇ ਇਹਦਾ ਬਣਾਇਆ ਹੋਇਆ ਪਾਰਸ ਕਿਸੇ ਹੋਰ ਨੂੰ ਅੱਗੇ ਆਪਣੇ ਵਰਗਾ ਪਾਰਸ ਬਣਾ ਲੈ। ਮਹਾਰਾਜ ਕਹਿੰਦੇ ਤਬਦੀਲੀ ਲਿਆਉਂਦਾ, ਕੋਈ ਸ਼ੱਕ ਨਹੀਂ। ਪਾਰਸ ਧਾਤ ਨੂੰ ਸੋਨਾ ਕਰ ਰਿਹਾ। ਕਹਿੰਦੇ ਨੇ ਪਾਰਸ ਗੁਰੂ ਉਹ ਨੇ ਜਿਹੜੇ ਆਪਣੀ ਸ਼ਾਗਿਰਦ ਦੇ ਜੀਵਨ 'ਚ, ਵਾਹਿਗੁਰੂ ਜੀਵਨ 'ਚ, ਜ਼ਿੰਦਗੀ 'ਚ ਪਲਟਾ ਲਿਆਉਂਦੇ ਆ। ਪਰ ਉਹਨਾਂ 'ਚ ਇੰਨੀ ਸਮਰੱਥਾ ਨਹੀਂ ਕਿ ਜਿਹੋ ਜੀ ਇਹ ਪਲਟਾ ਲਿਆ ਸਕੇ ਆ ਜਾਂ ਆਪਣੇ ਚੇਲੇ ਦੀ ਜ਼ਿੰਦਗੀ ਤਬਦੀਲ ਕਰ ਦਿੱਤੀ। ਇਹਨਾਂ ਦਾ ਚੇਲਾ ਉਹ ਸ਼ਕਤੀ ਲੈ ਕੇ ਅਗਲੇ ਕਿਸੇ ਦੀ ਜ਼ਿੰਦਗੀ ਚੇਂਜ ਕਰ ਸਕੇ। ਫਿਰ ਬੇਨਤੀ, ਪਾਰਸ ਲੋਹੇ ਨੂੰ ਸੋਨਾ ਬਣਾਏਗਾ, ਪਿੱਤਲ ਨੂੰ ਸੋਨਾ ਬਣਾਏਗਾ, ਤਾਂਬੇ ਨੂੰ ਸੋਨਾ ਬਣਾਏਗਾ, ਪਰ ਉਹ ਪਾਰਸ ਆਪਣੇ ਵਰਗਾ ਪਾਰਸ ਨਹੀਂ ਬਣਾਏਗਾ। ਪਾਰਸ ਗੁਰੂ ਹੋਵੇ ਜਿਹੜਾ ਤਬਦੀਲੀ ਕਰਦਾ ਹੈ ਪਰ ਆਪਣੇ ਜਿੰਨੀ ਸ਼ਕਤੀ ਨਹੀਂ ਦੇ ਕੇ ਜਾਂਦਾ। ਤਿੰਨ ਹੋ ਗਿਆ ਜੀ, ਭ੍ਰਿੰਗੀ, ਬਾਵਨ ਚੰਦਨ ਤੇ ਪਾਰਸ। ਹੁਣ ਚੌਥਾ ਗੁਰੂ ਹੈ ਦੀਪਕ ਗੁਰੂ। ਮੈਂ ਇਸ ਸੰਬੰਧੀ ਅਰਜ਼ ਵੀ ਕੀਤੀ ਸੀ। ਜਿਹੜਾ ਦੀਪਕ ਗੁਰੂ ਹੈ ਇਹਦੀ ਇਸ ਤਰ੍ਹਾਂ ਵਿਆਖਿਆ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਇੱਕ ਦੀਵਾ ਲਟ ਲਟ ਕਰਕੇ ਬਲ ਰਿਹਾ ਹੈ, ਦੂਸਰਾ ਦੀਵਾ ਉਸ ਕੋਲ ਬੁੱਝਾ ਹੈ ਜਿਹਦੀ ਲੋ ਨਹੀਂ, ਜਿਹਦੀ ਲਾਈਟ ਨਹੀਂ ਬਲ ਰਹੀ। ਹੁਣ ਜੇ ਉਹ ਬਲਦੇ ਕੋਈ ਦੀਵੇ ਕੋਲ ਉਸ ਬੁੱਝੇ ਦੀਵੇ ਨੂੰ ਲੈ ਆਈਏ, ਉਹਦੀ ਸਪਰਸ਼ਤਾ ਮਿਲ ਜਾਏ ਤੇ ਆਪ ਦੇਖੋਗੇ ਬਲਦਾ ਹੋਇਆ ਦੀਪਕ ਜਿਹੜਾ ਹੈ ਉਹ ਬੁੱਝੇ ਹੋਏ ਦੀਵੇ ਨੂੰ ਵੀ ਬਾਲ ਦੇਗਾ। ਤੇ ਵੇਖੋ ਦੀਵਾ ਜਿਹੜਾ ਪਹਿਲਾਂ ਜਲ ਰਿਹਾ ਹੈ, ਜਗਿਆ ਹੈ, ਉਹਨੇ ਬੁੱਝੇ ਨੂੰ ਵੀ ਜਗਾ ਦਿੱਤਾ, ਉਹਦੇ ਵਿੱਚ ਵੀ ਲਾਈਟ ਪੈਦਾ ਕਰ ਦਿੱਤੀ ਤੇ ਨਾਲ ਇੱਕ ਉਹਨੇ ਜਿਹੜੀ ਆਪਣੀ ਤਾਕਤ ਹੈ ਦੀਵੇ ਦੀ, ਉਹਨੇ ਦੂਜੇ ਦੀਵੇ ਵਿੱਚ ਵੀ ਭਰ ਦਿੱਤੀ ਕਿ ਜਿਵੇਂ ਮੈਂ ਤੈਨੂੰ ਬੁੱਝੇ ਨੂੰ ਜਗਾ ਦਿੱਤਾ ਹੈ, ਰੋਸ਼ਨੀ ਕਾਇਮ ਕਰ ਦਿੱਤੀ ਹੈ, ਇਸੇ ਤਰ੍ਹਾਂ ਤੂੰ ਜਿੱਥੇ ਵੀ ਜਾਏ ਆਪਣੇ ਵਰਗੀ ਆਪਣੀ ਇਸ ਰੋਸ਼ਨੀ ਨਾਲ, ਪ੍ਰਕਾਸ਼ ਨਾਲ, ਲਾਟ ਨਾਲ ਤੂੰ ਬੁੱਝਿਆ ਹੋਇਆਂ ਨੂੰ ਜਗਾ ਦੇਂਗਾ ਤੇ ਜਿਹੜੇ ਤੇਰੇ ਤੋਂ ਜਗਨ ਨੇ ਉਹ ਤੇਰੇ ਵਰਗੇ ਹੋਰ ਅੱਗੇ ਜਗਾਈ ਜਾਣਗੇ। ਮੇਰੇ ਕਹਿਣ ਤੋਂ ਮੁਰਾਦ ਕਿ ਦੀਪਕ ਗੁਰੂ ਸ਼ਬਦ ਵਰਤਿਆ, ਇਹਦਾ ਮਤਲਬ ਕਿ ਜਿਵੇਂ ਦੀਵਾ ਦੂਜੇ ਦੀਵੇ ਨੂੰ ਬਾਲਦਾ ਹੈ ਤੇ ਸੱਚ ਇਹ ਵੀ ਮੁਕੰਮਲਤਾ ਵਿੱਚ ਦੀਪਕ ਗੁਰੂ ਹੀ ਹੈ ਕਿ ਜਿਹਦੇ ਅੰਦਰ ਆਪਣੀ ਜੋਤ, ਪਰਮਾਤਮਾ ਦੀ ਜੋਤ ਲਟ ਲਟ ਕਰਕੇ ਬਲਦੀ ਹੈ ਤੇ ਉਹ ਆਪਣੇ ਚੇਲੇ ਵਿੱਚ ਵੀ ਉਹ ਜੋਤ ਟਿਕਾ ਦਿੰਦਾ ਹੈ। ਉਹਦਾ ਚੇਲਾ ਅੱਗੇ ਹੋਰ ਕਿਸੇ ਵਿੱਚ ਉਹ ਜੋਤ ਬਾਲ ਦਿੰਦਾ ਹੈ। ਇਹਦਾ ਮਤਲਬ ਕਿ ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਜਿਹੜੇ ਸ਼ਬਦ ਵਰਤੇ, ਮੈਂ ਕੱਲ ਪਰਸੋਂ ਵੀ ਇੱਕ ਅਰਜ਼ ਕੀਤੀ ਸੀ, ਮਹਾਰਾਜ ਲਈ ਸ਼ਬਦ ਚਿਰਾਗ ਵਰਤਿਆ ਗੁਰੂ ਅਰਜਨ ਦੇਵ ਨੇ ਤੇ ਉਹਨਾਂ ਨੇ ਬਚਨ ਕਿਹਾ, ਬਲਿਓ ਚਿਰਾਗ ਅੰਧਿਆਰ ਮੈਂ ਬੇਨਤੀ ਕਰਾਂ ਉਹ ਦੀਪਕ ਵਰਤਿਆ, ਚਿਰਾਗ ਦਾ ਅਰਥ ਦੀਵਾ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ। ਇਸੇ ਨੂੰ ਗੁਰੂ ਨੇ ਬਾਣੀ ਚ ਕਿਹਾ, ਦੀਪਕ ਤੇ ਦੀਪਕ ਪ੍ਰਗਾਸਿਆ, ਦੀਵੇ ਤੋਂ ਦੀਵਾ ਬਲ ਗਿਆ। ਇਸੇ ਨੂੰ ਗੁਰੂ ਨੇ ਕਿਹਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸੋ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਇਸੇ ਕਰਕੇ ਆਪ ਜੀ ਦੇਖੋ, ਕੱਲ ਵੀ ਮੈਂ ਕਰਜ਼ ਕੀਤੀ, ਜਦੋਂ ਅਸੀਂ ਅਰਦਾਸ ਕਰਨੇ ਆ ਤੇ ਇਹ ਸ਼ਬਦ ਕਹਿੰਦੇ ਆ ਕਿ 10 ਪਾਤਸ਼ਾਹੀਆਂ ਦੀ ਜੋਤ ਉਹ ਬਲਦਾ ਹੋਇਆ ਦੀਪਕ ਹੈ। ਉਹ ਬਲਦੀ ਕੋਈ ਜੋਤ ਹੈ ਜੋ ਸ਼ਬਦ ਚ ਬਲਦੀ, ਉਹ ਸਿੱਖ ਚ ਬਲੇਗੀ। ਉਹ ਅੱਖਰ ਜਿਹੜਾ ਸਿੱਖ ਦੇ ਵਿੱਚ ਰੂਹਾਨੀ ਤੌਰ ਤੇ ਪ੍ਰਗਟ ਹੋਏਗਾ, ਜਿਸਮਾਨੀ ਤੌਰ ਤੇ ਅਸਰ ਕਰੇਗਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੈਂ ਤਾਰਜ ਕੀਤੀ ਵੀ ਦੀਪਕ ਗੁਰੂ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਆ, ਮੈਂ ਆਪ ਨੂੰ ਫਿਰ ਅੱਜ ਦੁਹਰਾਉਣ ਲੱਗਾ ਵਾਂ ਕਿ ਅੰਮ੍ਰਿਤ ਦੀ ਦਾਤ ਕੇਵਲ ਇੱਕ ਬਾਹਰਮੁਖੀ ਕਰਮਕਾਂਡ ਨਹੀਂ। ਅੰਮ੍ਰਿਤ ਦੀ ਦਾਤ ਆਤਮ ਨੂੰ ਪਰਮਾਤਮਾ ਨਾਲ ਮਿਲਣ ਵਾਸਤੇ ਇੱਕ ਗੁਰੂ ਨਾਨਕ ਦੇ ਘਰ ਦੀ ਉਹ ਜੁਗਤ ਹੈ ਜਿਹੜੀ ਜੋਤ ਰਾਹੀਂ ਪੰਜਾਂ ਦੇ ਵਿੱਚ ਵਰਤਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਜਿਹੜਾ ਗੁਰੂ ਚੇਲਾ ਗੁਰੂ, ਇਹ ਦੀਪਕ ਤੇ ਦੀਪਕ ਹੈ।
ਤਾਂ ਹੀ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕਿ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸੇ ਨੂੰ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਹੱਕ ਰਾਹ ਮਹਬੂਬ ਗੁਰੂ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ। ਫਿਰ ਬੇਨਤੀ, ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ। ਮਹਾਰਾਜ ਆਪੇ ਆਸ਼ਕ ਤੇ ਆਪੇ ਮਸ਼ੂਕ ਹੈ, ਆਪੇ ਖੋਜਣ ਵਾਲਾ ਆਪੇ ਖੋਜੀ ਹੈ, ਆਪੇ ਖੋਜ ਹੈ। ਇਹਦਾ ਅਰਥ ਸਿੱਧਾ ਕਰਾਂਗੇ, ਆਪੇ ਗੁਰੂ ਹੈ, ਆਪੇ ਚੇਲਾ ਹੈ, ਆਪੇ ਚੇਲਾ ਹੈ, ਆਪੇ ਗੁਰੂ ਹੈ। ਇਹ ਦੀਪਕ ਤੇ ਦੀਪਕ ਪ੍ਰਗਾਸਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ। ਫਿਰ ਆਪਾਂ ਉਸੇ ਵਿਸ਼ੇ ਤੇ ਵਜਾਉਂਦੇ ਹਾਂ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ। ਇਹ ਮਹਾਰਾਜ ਵਾਰ ਗੁਰੂ ਰਾਮਦਾਸ ਜ਼ੋਰ ਦੇ ਰਿਹਾ ਗੁਰੂ ਤੇ। ਹਜ਼ੂਰ ਨੇ ਫਰਮਾਇਆ ਕਿ ਭੇਟਿਆ ਐਵੇਂ ਥੋੜਾ ਮਿਲ ਜਾਂਦਾ ਜੀ। ਮਹਾਰਾਜ ਦਾ ਇੱਕ ਬਚਨ ਹੁੰਦਾ ਸਤਿਗੁਰਾਂ ਦਾ, ਗੁਰ ਦਾਤਾ ਗੁਰ ਹਿਵੈ ਘਰ। ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ। ਗੁਰੂ ਬਿਲਕੁਲ ਮੰਗਤਾ ਨਹੀਂ। ਗੁਰ ਦਾਤਾ, ਗੁਰ ਹਿਵੈ, ਹਿਵੈ ਦਰ ਤੇ ਠੰਡ ਬਰਫ। ਗੁਰੂ ਠੰਡ ਦਾ ਘਰ ਹੈ, ਗੁਰੂ ਦਾਤਾਂ ਦੇਣ ਵਾਲਾ ਹੈ। ਗੁਰ ਦਾਤਾ ਗੁਰ ਹਿਵੈ ਘਰ। ਅਗਲਾ ਬਚਨ ਮਹਾਰਾਜ ਕਹਿੰਦੇ ਨੇ, ਗੁਰ ਦੀਪਕ ਤਿਉ ਲੋਏ। ਗੁਰੂ ਉਹ ਚਿਰਾਗ ਹੈ, ਉਹ ਦੀਵਾ ਜਿਹਦਾ ਚਾਨਣ ਤਿੰਨਾਂ ਲੋਕਾਂ ਵੀ ਜਾਂਦਾ ਹੈ। ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਹੜਾ ਮਨ ਗੁਰੂ ਤੇ ਮੰਨ ਜਾਏ ਉਹਨੂੰ ਅਮਰ ਪਦਾਰਥ ਜਿਹੜਾ ਉਹ ਨਾਮ ਦਾ ਪਦਾਰਥ ਗੁਰੂ ਝੋਲੀ 'ਚ ਪਾ ਦਿੰਦਾ ਹੈ, ਪਰ ਗੁਰੂ ਮੰਗਤਾ ਨਹੀਂ। ਥੋੜਾ ਜਿਹਾ ਮੈਂ ਇਸ ਨੂੰ ਆਪ ਨੂੰ ਫਿਰ ਬੇਨਤੀ ਅੱਜ ਕਰਨ ਲੱਗਾ, ਰਿਪੀਟ ਕਰ ਰਿਹਾ ਮੈਂ, ਕਿ ਗੁਰੂ ਸ਼ਬਦ ਦੇ ਥੱਲੇ ਮੰਗਤੇ ਵੀ ਬੜੇ ਆ। ਗੁਰੂ ਸ਼ਬਦ ਦਾ ਜਿਤਨਾ ਸ਼ੋਸ਼ਣ, ਜਿਵੇਂ ਸੰਤ ਲਫ਼ਜ਼ ਦਾ, ਸਾਧ ਲਫ਼ਜ਼ ਦਾ, ਇਹਨਾਂ ਲਫ਼ਜ਼ਾਂ ਪਵਿੱਤਰ ਲਫ਼ਜ਼ਾਂ ਦਾ ਸ਼ੋਸ਼ਣ ਇਸ ਧਰਤੀ ਤੇ ਹੋਇਆ। ਖਿਮਾ ਕਰਿਓ, ਮੈਨੂੰ ਬਖਸ਼ ਦਿਆ ਜੀ, ਗੁਰੂ ਤੇ ਸਤਿਗੁਰੂ ਲਫ਼ਜ਼ ਦਾ ਸ਼ੋਸ਼ਣ ਵੀ ਬਹੁਤ ਹੋਇਆ। ਧੰਨ ਧੰਨ ਸਤਿਗੁਰੂ ਦੇ ਕੋਈ ਅਰਥ ਸਨ, ਪਰ ਐਡਾ ਪਵਿੱਤਰ ਸ਼ਬਦ ਉਹਦਾ ਕਿਸ ਢੰਗ ਨਾਲ ਸ਼ੋਸ਼ਣ ਕੀਤਾ ਗਿਆ। ਮੈਂ ਚਲੋ ਲਫ਼ਜ਼ ਸ਼ੋਸ਼ਣ ਵਰਤਿਆ ਹੈ। ਜਿਹੜਾ ਗੁਰੂ, ਉਹ ਗੁਰੂ ਗ੍ਰੰਥ ਸਾਹਿਬ ਨੇ ਜਿਹੜਾ ਮੰਗਤਾ ਹੈ, ਜਿਹੜਾ ਆਪਣਾ ਅੰਦਰ ਖਾਲੀ ਹੈ, ਉਹਨੂੰ ਤੇ ਸਵੀਕਾਰ ਹੀ ਨਹੀਂ ਕੀਤਾ। ਜਿਵੇਂ ਇੱਕ ਪਾਠ ਮਹਾਰਾਜ ਜੀ ਦਾ ਹੁੰਦਾ ਹੈ ਕਿ ਗਿਆਨ ਵਿਕੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ। ਗੁਰ ਪੀਰ ਸਦਾਏ, ਗੁਰੂ ਦਾਤਾ ਹੈ, ਗੁਰੂ ਮੰਗਤਾ ਨਹੀਂ। ਗੁਰ ਪੀਰ ਸਦਾਏ ਮੰਗਣ ਜਾਏ, ਤਾਕੈ ਮੂਲ ਨਾ ਲੱਗੀਐ ਪਾਏ। ਉਸ ਦੇ ਬਿਲਕੁਲ ਵੀ ਪੈਰਾਂ ਨਾਲ ਨਾ ਲੱਗੀ। ਮਹਾਰਾਜ ਕਹਿੰਦੇ ਜਿਹੜਾ ਗੁਰੂ ਸਦਾ ਕੇ ਮੰਗਤਾ ਬਣ ਕੇ ਮੰਗਦਾ ਪਿਆ ਹੈ। ਇਹਨੂੰ ਭਾਈ ਸਾਹਿਬ ਨੇ ਕਿਹਾ ਕਿ ਸੇਵਕ ਬੈਠਣ ਘਰਾਂ ਵਿੱਚ, ਗੁਰ ਉੱਠ ਘਰੀ ਤਨਾੜੇ ਜਾਈ, ਚੇਲੇ ਸਾਜ ਵਜਾਏਂਦੇ ਨੱਚਨ ਗੁਰੂ ਬਹੁ ਵਿਧ ਭਾਈ। ਉਹ ਪਖੰਡੀ ਨੇ, ਪਰਪੰਚੀ ਨੇ, ਕਿ ਚੇਲੇ ਸਾਜ ਵਜਾਏਂਦੇ ਨੱਚਨ ਗੁਰੂ ਬਹੁ ਵਿਧ ਭਾਈ। ਤੈਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ ਵਾਇਨ ਚੇਲੇ। ਮੈਂ ਇੱਕ ਪੱਖ ਥੋੜਾ ਜਿਹਾ ਰੱਖਿਆ ਵੀ ਸਤਿਗੁਰੂ ਸ਼ਬਦ ਇੰਨੀ ਉਪਮਾ ਗੁਰੂ ਰਾਮਦਾਸ ਕਰਦੇ ਆ, ਪਰ ਇਸ ਸਤਿਗੁਰੂ ਲਫ਼ਜ਼ ਦੇ ਆਪਣੇ ਤੇ ਨਾ ਕੋਈ ਅਰਥ ਟਿਕਾਈ ਜਾਏ। ਮਹਾਰਾਜ ਇੱਥੇ ਸ਼ਬਦ ਜਿਹੜਾ ਮੈਂ ਵਰਤ ਰਿਹਾ, ਵਾਇਨ ਚੇਲੇ, ਚੇਲੇ ਸਾਜ ਵਜਾਉਂਦੇ ਨੇ, ਨੱਚਣ ਗੁਰ, ਤੇ ਗੁਰੂ ਜਿਹੜੇ ਨੇ ਉਹ ਰਾਸ ਪੈ ਪਾਉਂਦੇ ਨੇ, ਉਹ ਨੱਚਦੇ ਪਏ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ। ਜਿਹੜੇ ਪੰਜਾਬ ਵਿੱਚ ਬੜੇ ਮਿਲਦੇ ਆ, ਕੋਈ ਮਜ਼ਾਰਾਂ ਤੇ ਮਿਲ ਜਾਂਦਾ, ਕੋਈ ਕਬਰਾਂ ਤੇ ਮਿਲ ਜਾਂਦਾ, ਉਹ ਨੱਚਦੇ ਆ, ਵਾਲ ਖੁੱਲੇ ਹੁੰਦੇ ਆ, ਤੇ ਦੂਜੇ ਜੈ ਬਾਬਾ ਦੀ, ਜੈ ਬਾਬਾ ਜੀ ਦੀ। ਉਹ ਮਹਾਰਾਜ ਗੁਰੂ ਨਾਨਕ ਸਾਹਿਬ ਕਹਿ ਰਹੇ, ਉਹ ਸੂਝਵਾਨ ਬੰਦਿਓ, ਵਿਵੇਕ ਨਾਲ ਸੋਚੋ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ। ਸਿਰ ਮਾਰਦੇ ਨੇ ਵਾਲ ਖਿਲਾਰ ਕੇ, ਤੇ ਪੈਰਾਂ 'ਚ ਘੁੰਗਰੂ ਬਣ ਕੇ ਨੱਚ ਰਹੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟਾ ਪਾਏ। ਆ ਪੁਰਾਣੇ ਬਜ਼ੁਰਗਾਂ ਨੂੰ ਪਤਾ ਝਾਟਾ ਕਿਹਨੂੰ ਕਹਿੰਦੇ ਆ। ਝਾਟਾ ਦਰ ਤੇ ਉਲਝੇ ਹੋਏ ਵਾਲ, ਜਿਹੜੇ ਕੇਸ ਉਲਝ ਜਾਣ। ਮਹਾਰਾਜ ਕਹਿੰਦੇ ਨੇ ਪੈਰਾਂ ਨਾਲ ਮਿੱਟੀ ਪੱਟ ਪੱਟ ਕੇ ਪਖੰਡੀ ਆਪਣੇ ਵਾਲਾਂ 'ਚ ਸਿਰ 'ਚ ਪਾਉਂਦੇ ਆ। ਉੱਡ ਉੱਡ ਰਾਵਾ ਝਾਟੇ ਪਾਏ, ਵੇਖੈ ਲੋਕ ਹੱਸੈ ਕਰ ਜਾਏ। ਲੋਕ ਵਹਿੰਦੇ ਨੇ, ਹੱਸਦੇ ਨੇ। ਮਹਾਰਾਜ ਕਹਿੰਦੇ ਨੇ ਪਿਆਰਿਓ, ਰੋਟੀਆਂ ਕਾਰਨ ਪੂਰੈ ਤਾਲ, ਆਪ ਪਛਾੜੈ ਧਰਤੀ ਨਾਲ। ਰੋਟੀਆਂ ਕਾਰਨ ਮਹਾਰਾਜ ਜੀ ਨੇ ਸ਼ਬਦ ਵਰਤਿਆ ਹੈ।
एक होर बेनती है, एक गल हुंदी है भी गल तां सारे रब दी कर रहे आ जी, गल सारे परमात्मा दी कर रहे आ। जिवें एक शब्द साडे सज्जन पढ़दे आ जी, महाराज जी ने कहा कोई बोले राम राम, कोई खुदाए, कोई सेवै गुसाइयां, कोई अलाहे, भी जो मर्जी बोलो, पर आप सब नूं पता है शब्द दे अखीर च पता की है, कहो नानक जिन हुक्म पछाता, कला राम, इकल्ला राम राम, कला खुदाए खुदाए नहीं, कोई ओल नील, कोई सफेद नहीं। महाराज कहते हैं अखीरली तुक सुनो भले लोको, वो है कहो नानक जिन हुक्म पछाता, प्रभ साहिब का तिन भेद जाता, जिन्हें ओदे हुक्म नूं पहचान के अपनी जिंदगी बसर की। प्यारिओ, भावें उन्हें राम कहा ते भावें अल्लाह कहा, उन्हें सचमुच परमात्मा नूं जानिया। असीं कई वारी कहने जी देखो गल तां सारे रब दी करदे आ, ते ओह बंदे जी जिन्हां ने एक दिन बाणी दा पाठ भी नहीं कीता, विचार भी नहीं कीती, आम भोली भाली जनता नूं कहा जांदा नहीं देखो सब तां गल परमात्मा दी करदे आ जी, भावें इत्थे कर लो, भावें उत्थे कर लो, भावें नहीं। मैं एक बेनती करांगा, ਜਿਹੜੇ ਲੋਕ ਦਰਿਆਵਾਂ ਤੇ ਦਰਿਆ ਪਾਰ ਕਰਦੇ ਆ, ਬੇੜੀਆਂ, ਕਸ਼ਤੀਆਂ, ਨੌਕਾਵਾਂ ਉੱਥੇ ਬਹੁਤ ਖਲੋਤੀਆਂ ਨੇ, ਪਰ ਜਿਹੜੀ ਬੇੜੀ ਦਾ ਆਸਰਾ ਲਈਦਾ ਚੇਤੇ ਰੱਖਿਓ ਉਹਦੇ ਤੇ ਭਰੋਸਾ ਕਰਕੇ ਮਲਾਹ ਤੇ ਚੱਲੀਦਾ ਹੈ। ਬੇੜੀ ਇਸੇ ਤੇ ਬੈਠਾ, ਮਲਾਹ ਦੂਜੇ ਨਾਲ ਗੱਲਾਂ ਕਰੀ ਜਾ ਰਿਹਾ ਹੈ। ਇੱਕ ਹੋਰ ਮੈਂ ਉਦਾਹਰਨ ਆਪ ਜੀ ਨੂੰ ਦਿਆਂ। ਘਰ 'ਚ ਸਹੁਰਾ, ਜੇਠ, ਦਿਓਰ, परिवार दे सारे जी ने सत्कारयोग ने जी, सहुरे दा, जेठ दा, दिओर दा, ये इन्हां दा सारियां दा मान सन्मान है। पर जिहड़ा संबंध, जिहड़ा रिश्ता अपने पति नाल है, वो रिश्ता किसी होर नाल नहीं। मैं कहांगा बाकी सारे मुबारक चलो, पर जिहड़ा रिश्ता सिख दा गुरु ग्रंथ साहिब ते गुरु गोबिंद सिंह दे अमृत नाल है, वो रिश्ता किसी होर नाल नहीं हो सकता। खसम नाल जो रिश्ता है, महाराज सच्चे पातशाह जी की मैं एक उदाहरण भाई साहब की दे के असी अगे ये अर्थ होर वाचने, क्योंकि अज थोड़ा जहा टाइम भावें 5-7-10 मिनट वध भी ला लीए। मैं उन्होंने बेनती की क्योंकि कल नूं समाप्ति करनी आपां ते आपां नूं तकरीबन 21 अप्रैल तो आपां शुरू होए हैं। एक दिन सिर्फ नागा पिया सी, बाकी आपां निरंतर गुरु साहब और आप संगत की असीस नाल ये विचार करी कि जिन्नी को रब ने सोझी दी गल असीं कहने भी नाम दी हुई है, और भी नाम की गल करदा, वो भी परमात्मा की गल करदा। मैं भाई साहब जी की एक रचना अपना साझी करांगा। भाई गुरदास साहब कहते ने पक्का होया अंब ते कच्ची अंबी दोनों इक्को पेडे न लगे। उन्हां दा कवित है जी, गुरमुख प्यारे उदाहरणा दिंदे। पक्का होया अंब ते कच्ची अंबी इक्को पेडे न लगे, जेड़ा पक्का है वो पहुँच चुका है, वो मंजिल ते अपड़ गया है। ते जेकर कोई बंदा पक्के अंब की थां ते कच्ची अंबी खा के कहे जी जे तुसी अंब खादा असीं भी अंबी खा ली, रुख तां होई है, पर जेड़ा स्वाद अंब दे रस विच वो कच्ची अंबी च नहीं। पेड़ तां एक रब ही है, पर जेड़ा संबंध पूरे सतगुरु दे नाल है वो अधूरे दे नाल नहीं। कच्ची अंबी ते पक्के अंब, कच्चा गुरु ते पक्का गुरु, अधूरा गुरु ते पूरा गुरु। अंबी अजे प्रोसैस च नहीं पहुंची पर अडंबर कर बैठी। जिमें पक्के कोई अंब दा स्वाद कच्ची अंबी चों नहीं आउंदा, रुख इक्को नूं लग्गिया। जो पूरा सतगुरु गुरु नानक साहब है, उहदा स्वाद सानू नहीं किसी होर तो हुंदा। दूसरी गल, पिता गरीब होवे, मैं एक बार कहा सी माता पिता भावें गरीब होण, पर एक गल नूं याद रखियो, ममता कदी गरीब नहीं हुंदी। ਜਿਹੜੀ ममता एक राजे दी राणी दे अंदर अपने बच्चे प्रति है, वही ममता एक झौंपड़ी च रहन वाली गरीब माँ दे विच भी है। ये नहीं कि राजे दे महल च रहिंदी दी ममता बड़ी अमीर है ते झौंपड़ी च रहन वाली दी ममता नहीं। ਜਿਹੜੇ ਅੱਖਰਾਂ 'ਚ अथरू, ਅੱਖਾਂ 'ਚ अथरू ਮੰਤਰੀਆਂ ਸੰਤਰੀਆਂ ਦੇ ਪੁੱਤਾਂ ਦੇ ਮਰਿਆਂ ਤੇ ਨਿਕਲਦੇ ਨੇ, ਚੇਤੇ ਰੱਖਿਓ
ਉਹੀ ਜਦੋਂ ਗਰੀਬ ਦਾ ਬੱਚਾ ਕਿਤੇ ਮਰਦਾ ਉਹਦੀਆਂ ਅੱਖਾਂ ਦੇ ਅਥਰੂ ਵੀ ਉਸੇ ਤਰ੍ਹਾਂ ਨੇ ਜਿਵੇਂ ਅਮੀਰ ਦੀ ਔਰਤ ਦੇ ਅਥਰੂ ਨੇ। ਮੈਂ ਬੇਨਤੀ ਜਿਹੜੀ ਕਰ ਲੱਗਾ ਅੱਗੇ, ਅੰਬ ਦਾ ਸਵਾਦ ਅੰਬੀ ਚੋਂ ਨਹੀਂ ਆਉਂਦਾ। ਪਿਤਾ ਗਰੀਬ ਹੋਵੇ, ਭਾਵੇਂ ਬਿਲਕੁਲ ਨਾ ਪੜ੍ਹਿਆ ਹੋਵੇ, ਤੇ ਧੀ ਬੇਟਾ ਅੱਤ ਦੇ ਪੜ੍ਹੇ ਲਿਖੇ ਹੋਣ, ਤੇ ਗਵਾਂਢੀ ਜਿਹੜਾ ਹੈ ਉਹ ਬਹੁਤ ਨੌਲੇਜ ਰੱਖਦਾ ਹੋਵੇ ਕਿ ਕਈ ਡਿਗਰੀਆਂ ਕੀਤੀਆਂ ਹੋਣ, ਜਿਹੜਾ ਪਿਆਰ ਅਨਪੜ੍ਹ ਬਾਪ ਦੇ ਸੀਨੇ ਵਿੱਚੋਂ, ਜਿਹੜਾ ਆਪਣਾ ਬਾਪ ਹੈ, ਆਪਣਾ ਪਿਤਾ ਹੈ, ਜਿਹੜਾ ਪਿਆਰ ਆਪਣੇ ਪਿਓ ਨੇ ਸੀਨੇ ਨਾਲ ਲਾ ਕੇ ਦੇ ਦੇਣਾ ਪਿਆਰਿਓ, ਉਹ ਪਿਆਰ ਚਾਚਾ ਵੀ ਨਹੀਂ ਦੇ ਸਕਦਾ, ਤਾਇਆ ਵੀ ਨਹੀਂ ਦੇ ਸਕਦਾ, ਗਵਾਂਢੀ ਵੀ ਨਹੀਂ ਦੇ ਸਕਦਾ। ਜਿਹੜੀ ਬਖਸ਼ਿਸ਼ ਮੇਰੇ ਮੁਰਸ਼ਦ ਨੇ ਕਰ ਦੇਣੀ, ਇਹ ਪਿਆਰ ਕੋਈ ਨਹੀਂ ਦੇ ਸਕਦਾ। ਇਨਸਾਨ ਤਾਂ ਦੋਨੋਂ ਨੇ, ਅੰਬ ਤੇ ਅੰਬੀ ਇੱਕੋ ਜਿਹੇ, ਪਿਤਾ ਤੇ ਗਵਾਂਢੀ ਇੱਕੋ ਜਿਹੇ। ਦੂਸਰੀ ਬੇਨਤੀ, ਸਮੁੰਦਰ ਦਾ ਵੀ ਪਾਣੀ ਹੈ ਤੇ ਖੂਹ ਦਾ ਵੀ, ਇਹ ਬੱਦਲਾਂ ਦਾ ਵੀ ਪਾਣੀ ਹੈ। ਮੇਰੀ ਬੇਨਤੀ ਹੈ, ਮੰਨ ਲਓ ਖੂਹ ਦਾ ਵੀ ਪਾਣੀ ਹੈ ਤੇ ਬੱਦਲ ਦਾ ਵੀ ਪਾਣੀ। ਖੂਹ ਦਾ ਪਾਣੀ ਕੁਝ ਖੇਤਾਂ ਤੱਕ ਸੀਮਿਤ ਹੈ ਤੇ ਬੱਦਲ ਇਹ ਪਹਾੜ ਦੀ ਚੋਟੀ ਤੇ ਵਰਸਦਾ ਹੈ। ਯਾਦ ਰੱਖਿਓ, ਗੁਰੂ ਬੱਦਲ ਦੀ ਤਰ੍ਹਾਂ ਹੈ, ਸਾਰੀਆਂ ਖੱਦਾਂ ਤੋੜ ਕੇ ਵਸਦਾ ਹੈ। ਖੂਹ ਦਾ ਵੀ ਪਾਣੀ ਹੈ ਪਰ ਕੁਝ ਕੁ ਖੇਤਾਂ ਤੱਕ ਸੀਮਿਤ ਹੈ। ਗੁਰੂ ਨਾਨਕ ਬੱਦਲ ਦੀ ਤਰ੍ਹਾਂ ਵਰਸਦਾ ਹੈ। ਅਗਲੀ ਬੇਨਤੀ, ਚੌਥੀ ਉਦਾਹਰਨ, ਸੂਰਜ ਦੀ ਵੀ ਰੋਸ਼ਨੀ ਹੈ, ਦੀਵੇ ਦੀ ਵੀ ਰੋਸ਼ਨੀ। ਪਰ ਇੱਥੇ ਦੀਵੇ ਨੂੰ ਦੂਜੇ ਕਨਸੈਪਟ 'ਚ ਲੈਣਾ, ਹੁਣ ਉਦਾਹਰਨ ਬਦਲਣ ਲੱਗੀ। ਮਤਾਂ ਕੋਈ ਇਹ ਕਹੇ ਜੀ ਪਹਿਲਾਂ ਦੀਪਕ ਗੁਰੂ ਕਿਹਾ, ਹੁਣ ਦੀਪਕ ਦਾ ਖੰਡਨ ਕਰ ਦਿੱਤਾ। ਉੱਥੇ ਜਿਹੜਾ ਦੀਪਕ ਗੁਰੂ ਹੈ ਉਹ ਬਰਾਬਰਤਾ ਦਾ ਪ੍ਰਤੀਕ ਹੈ। ਇੱਥੇ ਦੀਵਾ ਜਿਹੜਾ ਉਹ ਸੀਮਾ, ਜਿੱਥੇ ਦੀਵਾ ਰੋਸ਼ਨੀ ਦਿੰਦਾ ਹੈ ਉਹਦੀ ਰੋਸ਼ਨੀ ਸੀਮਾ ਵਿੱਚ ਹੈ। ਪਿਆਰਿਓ, ਸੂਰਜ ਦੀ ਰੋਸ਼ਨੀ ਦਾ ਮੁਕਾਬਲਾ ਦੀਵਾ ਕਰ ਜੂਗਾ, ਦੋਵੇਂ ਤਾਂ ਰੋਸ਼ਨੀਆਂ ਨੇ ਨਾ। ਭਾਈ ਸਾਹਿਬ ਅਗਲਾ ਬਚਨ ਕਹਿੰਦੇ ਆ, ਲੋਕੋ ਜਿਹੜਾ ਖਜ਼ਾਨਾ ਸਮੁੰਦਰ ਦੀ ਤਹਿ ਵਿੱਚ ਹੈ ਉਹ ਛੱਪੜਾਂ ਤੇ ਤਲਾਬਾਂ ਵਿੱਚੋਂ ਨਹੀਂ ਲੱਭਦਾ। ਜਿਹੜੀ ਬਖਸ਼ਿਸ਼ ਗੁਰੂ ਨਾਨਕ ਦੇ ਸ਼ਬਦ ਦੀ ਤਹਿ ਵਿੱਚ, ਭੇਖੀਆਂ ਪਖੰਡੀਆਂ ਚੋਂ ਨਹੀਂ ਲੱਭਣੀ। ਫਿਰ ਬੇਨਤੀ ਸੁਣੋ, ਜਿਹੜੀ ਸੁਗੰਧੀ ਚੰਦਨ ਵਿੱਚ ਹੈ ਉਹ ਢੱਕ ਪਲਾਹ ਵਿੱਚੋਂ ਨਹੀਂ ਲੱਭਣੀ, ਆਮ ਰੁੱਖ ਚੋਂ ਨਹੀਂ ਲੱਭਣੀ। ਜਿਹੜਾ ਪਿਆਰ ਪੂਰੇ ਸਤਿਗੁਰੂ ਨੇ ਦੇ ਦੇਣਾ, ਚੜ੍ਹਦੇ ਤੋਂ ਲੈਂਦੇ ਤੱਕ ਚਲੇ ਜਾਇਓ, ਇਹ ਪਿਆਰ ਕਿਸੇ ਦੇਵੀ ਦੇਵਤੇ ਤੇ ਪਖੰਡੀ ਨੇ ਨਹੀਂ ਦੇ ਸਕਣਾ। ਮੈਂ ਤਾਂ ਥੋੜਾ ਜਿਹਾ ਜ਼ੋਰ ਦਿੱਤਾ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ। ਮਹਾਰਾਜ ਇਹ ਸ਼ਬਦ ਵਰਤ ਰਹੇ ਆ ਕਿ ਪੂਰਾ ਸਤਿਗੁਰੂ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਆਖਿਆ ਲਈ ਭਾਈ ਸਾਹਿਬ ਦੇ ਬੋਲ ਨੇ, ਆਂਬ ਕੀ ਸਦਰ ਮਿਟਤ ਕਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ, ਸਾਗਰ ਕੀ ਨਿਧ ਕਤ ਪਾਈ ਹੈ ਪੋਖਰ ਸੈ, दिन कर सर दीप जोत ना पुजाई है, इंद्र बरखा समान पूजस ना कूप जल, चंदन सुबासना पलास महकाई है। अर्थ असी कर दिते ने। श्री गुरु दयाल की दया ना आन देव, पूरा सतगुरु। श्री गुरु दयाल की दया ना आन देव, जो खंड ब्रह्मंड उदय अस्त लो धाइए। खंडा ब्रह्मंडा जे आ प्यारिया, चढ़दे तो लेंदे तक जाया, गुरु वर्गी दया नहीं लभनी। बेनती है प्यारियो, जिन्ना भेटिया मेरा पूरा सतगुरु, पूरा सतगुरु केड़ा पूरा, जिहड़ा हर पक्ष तो मुकम्मल है। इसे नूं महाराज जी ने बाणी च कहा, गुर पूरा भेटियो वडभागी, मनै भया परगासा, कोई ना पहुँचन हारा, दूजा अपने साहिब का प्रवासा। भूले मार्ग जिन्हें बताया, ऐसा गुर वडभागी पाया, सिमर मना राम नाम चितारे, बस रहे हृदय गुर चरण प्यारे। प्यारे पूरा गुरु। महाराज ने कहा, नमस्कार गुरुदेव को सत नाम जिस मंत्र सुनाया, भवजल विचों कढ़ के मुक्त पदार्थ माहे समाया। नारायण नरपत नमस्कार है, ऐसे गुर को बल बल जाइए, आप मुक्त मोहे तारे। इत्थे सतगुरु ने पूरा सतगुरु शब्द वरत्या, जिन्ना भेटिया मेरा पूरा सतगुरु, तिन खर नाम दृढ़ावे राम राजे। उन्होंने पूरे सतगुरु ने नाम दृढ़ करा दिता। मैं अर्ज की कला जपाया ने दृढ़ करा दिता, ज़हन विच बिठा दिता। जिन्हों सतगुरु जी ने बाणी विच एक आखर नामो मंत्र दृढ़ाएंदा, कट्टे खौमे रोग
ਜਿਹਨੂੰ ਮਹਾਰਾਜ ਕਹਿੰਦੇ ਨੇ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਣੀ 'ਚ ਕਹਿੰਦੇ ਆ ਕਿ ਪੂਰੇ ਸਤਿਗੁਰੂ ਨੇ ਸਾਨੂੰ ਨਾਮ ਦ੍ਰਿੜ ਕਰਾ ਦਿੱਤਾ, ਇਹ ਨਾਮ ਚੇਤੇ ਕਰਾ ਦਿੱਤਾ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਖਰ ਨਾਮ ਦ੍ਰਿੜਾਵੈ, ਉਹਨੂੰ ਨਾਮ ਵਿਸਰ ਨਹੀਂ ਦਿੱਤਾ। ਜਿਵੇਂ ਗੁਰੂ ਰਾਮਦਾਸ ਮਹਾਰਾਜ ਨਾ ਜੀ ਗੁਰੂ ਅਮਰਦਾਸ ਜੀ ਦੇ ਕੋਲ ਗਏ ਨਾ, ਤੇ ਫਿਰ ਬਖਸ਼ਿਸ਼ ਕੀ ਹੋਈ? ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਗੁਰੂ ਨੇ ਸਿਰ ਤੇ ਹੱਥ ਰੱਖ ਕੇ ਨਾਮ ਦ੍ਰਿੜ ਕਰਾ ਦਿੱਤਾ, ਚੇਤੇ ਕਰਾ ਦਿੱਤਾ, ਅੰਦਰ ਵਸਾ ਦਿੱਤਾ। ਇਸੇ ਤਰ੍ਹਾਂ ਹੀ ਪੰਜ ਪਿਆਰੇ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਆ, ਆਪ ਸਭ ਨੂੰ ਪਤਾ ਹੈ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ ਹੈ ਉਹ ਨਾਮ ਦ੍ਰਿੜ ਕਰਾਉਂਦੇ ਆ, ਬੋਲ ਕੇ ਦ੍ਰਿੜ ਕਰਾਇਆ ਜਾਂਦਾ ਹੈ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਖਰ ਨਾਮ ਦ੍ਰਿੜਾਵੈ ਰਾਮ ਰਾਜੇ। ਜਿਨ੍ਹਾਂ ਨੂੰ ਦ੍ਰਿੜ ਕਰਾ ਦਿੱਤਾ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ। ਜਿਹਨੂੰ ਨਾਮ ਦ੍ਰਿੜ ਕਰਾ ਦਿੱਤਾ, ਉਹਦੀ ਤ੍ਰਿਸ਼ਨਾ, ਉਹਦੇ ਅੰਦਰ ਦੀ ਭੁੱਖ ਗੁਰੂ ਨੇ ਬਖਸ਼ਿਸ਼ ਕਰਕੇ ਸਾਰੀ ਉਤਾਰ ਦਿੱਤੀ। ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਪਰ ਸ਼ਰਤ ਜੋ ਹਰ ਨਾਮ ਧਿਆਵੈ। ਜਿਹੜਾ ਹਰੀ ਦੇ ਨਾਮ ਨੂੰ ਧਿਆਉਂਦਾ, ਜਿਹੜਾ ਹਰੀ ਦੇ ਨਾਮ ਨੂੰ ਜਪਦਾ, ਮਾਲਕ ਨੇ ਉਸ ਸਿੱਖ ਦੇ ਅੰਦਰ ਦੀ ਭੁੱਖ ਮਿਟਾ ਦਿੱਤੀ, ਅੰਦਰ ਤ੍ਰਿਸ਼ਨਾ ਰਹਿ ਨਹੀਂ ਦਿੱਤੀ। ਆਪ ਪਿੱਛੇ ਜਦੋਂ ਵਿਚਾਰ ਕਰ ਰਹੇ ਸਾਂ, ਤ੍ਰਿਸ਼ਨਾ ਇਸ ਸਰੀਰ ਨੂੰ ਰੋਮ ਰੋਮ ਵਿੱਚ ਰਚੀ ਪਈ ਹੈ। ਭਾਵੇਂ ਅਸੀਂ ਤ੍ਰਿਸ਼ਨਾ ਮਾਇਆ ਦੀ ਕਹਿੰਦੇ ਹਾਂ ਵੀ ਇਹ ਮਾਇਆ ਦੀ ਤ੍ਰਿਸ਼ਨਾ, ਪਿਆਰਿਓ ਨਹੀਂ, ਇਹ ਇੱਕ ਉਹ ਆਗੇ ਜਿਹੜੀ ਕਿਸੇ ਵੀ ਪਾਸੇ ਰੋਕ ਕਰਕੇ ਚੱਲ ਪਏ ਤੇ ਬਸ ਰੱਜਦੀ ਕਦੀ ਨਹੀਂ। ਮੈਂ ਤਾਂ ਕਿਹਾ ਮੰਨ ਲਓ ਇਹ ਪਦਾਰਥਾਂ ਵੱਲ ਚੱਲ ਪਏ ਤੇ ਤਾਂ ਵੀ ਨਹੀਂ ਰੱਜਦੀ ਅੰਦਰ ਦੀ ਚਾਹਤ, ਜੇ ਪਦਵੀ ਵੱਲ ਚੱਲ ਪਏ ਤਾਂ ਵੀ ਨਹੀਂ ਰੱਜਦੀ, ਜੇ ਇਹ ਜ਼ਮੀਨ ਬਣਾਉਣ ਤੇ ਚੱਲ ਪਏ ਤਾਂ ਵੀ ਨਹੀਂ ਰੱਜਦੀ, ਜੇ ਇਹ ਰਾਜ ਭਾਗ ਤੇ ਚੱਲ ਪਏ ਇਹ ਤ੍ਰਿਸ਼ਨਾ ਦੀ ਰੁੱਖ ਰੋਹ ਤਾਂ ਵੀ ਨਹੀਂ ਰੱਜਦੀ, ਜੇ ਇਹ ਜੀਭ ਦੇ ਚਸਕੇ ਵੱਲ ਚੱਲ ਪਏ ਤਾਂ ਵੀ ਨਹੀਂ ਰੱਜਦੀ, ਜੇ ਇਹ ਅੱਖਾਂ ਦੀ ਪਰ ਤਨ ਦ੍ਰਿਸ਼ਟ ਬਣ ਜਾਏ, ਪਰ ਦ੍ਰਿਸ਼ਟ ਬਣ ਜਾਏ ਤਾਂ ਵੀ ਨਹੀਂ ਰੱਜਦੀ, ਜੇ ਇਹ ਜੀਭ ਦਾ ਚਸਕਾ ਬਣ ਜਾਏ ਤਾਂ ਵੀ ਨਹੀਂ ਰੱਜਦੀ। ਮੈਂ ਅਰਜ਼ ਕੀਤੀ ਇਸ ਕਰਕੇ ਪਿਆਰਿਓ, ਤ੍ਰਿਸ਼ਨਾ ਦੇ ਤਾਂ ਇੰਨਾ ਵਿਸਤਾਰ ਹੈ, ਪਰ ਜਿਨੇ ਨਾਮ ਜਪਿਆ ਤ੍ਰਿਸ਼ਨਾ ਬੂਝੈ ਹਰਿ ਕੈ ਨਾਮ, ਮਾ ਸੰਤੋਖ ਹੋਵੇ ਗੁਰਬਚਨੀ, ਉਹ ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ, ਉਹਦਾ ਅੰਦਰ ਬਿਲਕੁਲ ਸ਼ਾਂਤ ਹੋ ਜਾਂਦਾ ਹੈ। ਹਜ਼ੂਰ ਸਾਹਿਬ ਬਚਨ ਕਰ ਰਿਹਾ ਕਿ ਉਹਦਾ ਅੰਦਰ ਬਿਲਕੁਲ ਠੰਡਾ ਪੈ ਜਾਂਦਾ, ਜਿਹਦੇ ਤੇ ਗੁਰੂ ਬਖਸ਼ਿਸ਼ ਕਰੇ। ਜਿਵੇਂ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਪਿਆਰਿਓ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ। ਕਿਵੇਂ? ਤਾਂ ਉਤਰੇ ਕਿਉਂਕਿ ਜੋ ਹਰ ਨਾਮ ਧਿਆਵੇ। ਜਿਹੜਾ ਨਾਮ ਨੂੰ ਧਿਆਵੇਗਾ, ਜਿਸ ਭਾਂਡੇ 'ਚ ਨਾਮ ਪੈ ਜਾਏਗਾ ਉੱਤੇ ਤ੍ਰਿਸ਼ਨਾ ਕਾਦੀ ਜੀ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਮਹਾਰਾਜ ਕਹਿੰਦੇ ਨੇ ਸਤਿਗੁਰੂ ਤੋਂ ਕੁਰਬਾਨ ਜਾਵਾਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰ ਨਾਮ ਧਿਆਵੈ। ਇੱਕ ਵਾਰੀ ਮੈਂ ਭਾਈ ਸਾਹਿਬ ਦਾ ਜ਼ਿਕਰ ਕੀਤਾ, ਭਾਈ ਮਰਦਾਨਾ ਜੀ ਦਾ। ਜਦੋਂ ਫਿਰ ਕਦੀ ਜਦੋਂ ਵਾਹਿਗੁਰੂ ਸਮਾਂ ਬਣਾਏਗਾ, ਇਹ ਵੈਸੇ ਬਾਹਰ ਮੈਂ ਕਥਾ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ PTC ਤੇ ਚੱਲੀ ਪੰਜਾਬੀ ਤੇ, ਕਿ ਸਿੱਖਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ। ਉਹਨਾਂ ਦੇ ਥੋੜੇ ਥੋੜੇ ਜਿਹੜੇ ਅੱਖਰ ਸਿੱਖਾਂ ਲਈ ਵਰਤੇ, ਉਹ ਬੜੇ ਡੂੰਘੇ ਅਰਥ ਰੱਖਦੇ। ਮੈਂ ਉਦਣ ਆਪ ਨੂੰ ਕਿਹਾ ਵੀ ਭਾਈ ਮਰਦਾਨਾ ਸਾਹਿਬ ਉਹ ਸ਼ਖਸੀਅਤ ਨੇ ਜਿਹੜੇ 1480 ਤੋਂ ਲੈ ਕੇ ਤੇ 1534 ਤੱਕ 54 ਸਾਲ, ਕਈ ਸੱਜਣ 48, ਕਈ 50 ਕਹਿੰਦੇ ਆ, 54 ਸਾਲ, ਇੱਕ ਸਦੀ ਤੋਂ ਵੱਧ ਸਮਾਂ ਜਿਨ੍ਹਾਂ ਮੇਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛੂਹ ਮਾਣੀ ਹੈ। ਉਹਨਾਂ ਦਾ ਇੱਕ ਪ੍ਰਸੰਗ ਹੁੰਦਾ ਹੈ, ਇਹ ਜਨਮ ਸਾਖੀ, ਜਿਹਨੂੰ ਵਲਾਇਤ ਵਾਲੀ ਜਨਮ ਸਾਖੀ, ਮਿਹਰਬਾਨ ਵਾਲੀ, ਭਾਈ ਬਾਲੇ ਵਾਲੀ, ਤਕਰੀਬਨ ਸਾਰੇ ਇਤਿਹਾਸਕਾਰਾਂ ਨੇ ਉਹਦਾ ਜ਼ਿਕਰ ਕੀਤਾ ਹੈ ਕਿ ਮਰਦਾਨੇ ਦੀ ਭੁੱਖ ਗਵਾਈ। ਉਹਦੇ ਪ੍ਰਸੰਗ ਵਿੱਚ ਦੱਸਦੇ ਆ
कि भाई मरदाना साहब जी गुरु नानक साहब दे नाल ने, शायद ये थोड़े जे लफ्ज़ रिपीट होणगे, ते एक दिन रबाब रख के मैं वो बोलना जो साडी आम समझ पै जाए, क्योंकि जन्म साखी दी बोली जिहड़ी है वो भाषा अपने ढंग दी है। रबाब लपेट के महाराज जी नूं कहंदा जी असां नूं विद्या करो अपने नालों, सानू विदायगी दिओ। ते महाराज गुरु नानक साहब देखदे आ ते हजूर कहंदे आ वे मरदानिया असां दी तेरे ऊपर बहुत खुशी है, असी तेरे ते बड़े खुश हाँ। वो थोड़ा जिहा अंदरों भरिया बैठे सन भाई साहब, ये तेरा भरोसा है प्यारे मैं लाड लड़ाया, ये आ लड़ाई नहीं ईरखा वाली। महाराज कहंदे ने असां दी तेरे ऊपर बहुत खुशी है। मरदाना जी कहंदे आ, भाई साहब कहंदे आ सुभान तेरी खुशी नूं असां नूं विद्या कर अपने नालों। महाराज प्यार नाल बांह पकड़ लेंदे आ ते नाल कहंदे आ वे मरदानिया किवें रह पई असां नाल। ते जन्म साखियां भी थोड़े थोड़े बोलां दा फर्क है, पर तत गल सब ने इक्को जी कीती। वे मरदानिया किवें रह पई असां नाल, ते नाल ही टल गए, नाल ही अखां भर आए। ते सच्चे पातशाह जी नूं भाई मरदाना साहब कहंदे आ बाबा महाराज जी तू अतीत पुरख है, तेरे ते कोई किसी चीज़ का अर्थ नहीं असर नहीं, ना नींद का, ना भुख का, ना मान का, ना अपमान का, ना निंदिया का, ना चुगली का, ना उस्तत का, ना मित्र का, ना दुश्मन का, ना परिवार का, ना संसार का। तू अतीत पुरख है, वसदी जाए नाही उजाड़ उजाड़ रवे। वसदी दे नेड़े तू शहरां दे नेड़े नहीं भटकदा। महाराज कहंदे ने किवें असां ना रह पई। सुनो अगली गल अगों फिर कहंदे आ बाबा मैं संसारी जीव, मैनू भुख तरे दुख सुख हर एक सोख सतांदा है, रहांगा तेरे नाल ही, तेरे तो बिना मेरा कौन कहे। रहांगा तेरे नाल ही, जिवें तेनू भुख नहीं सतांदी मेरी भुख गवा दे। तीन शब्द कह, जिवें तुहानू भुख नहीं सतांदी मेरे अंदर दी भुख मिटा। दूजी गल जिथे शब्द पढ़द्या पढ़द्या तुसी जांदे हो उत्थे मैनू भी लैके जा। वाह वाह, जिथे तुसी जांदे हो जिस मंडलां विच उत्थे मैनू भी लैके जा। दो शब्द करन तो बाद महाराज कहते होर हस पे, कहन लगा तीसरी गल मैं तेरे नाल बड़ी बारी लड़ना पर मेरे नाल अज वादा करके मेरे कदी कर्म नहीं विचारेगा। तीन चीज़ां मनिया कि जिवें तेरा अंदर टिकिया मैनू भुख दा खत्म कर, जिन्ना मंडलां तुसी जांदे हो मैनू लैके जाओ, मेरे नाल वादा करो मेरे कर्म नहीं विचारोगे। महाराज हस पे कहन लगे वे मरदानिया तू दीन दुनी निहाल होया, दीन दुनी निहाल होया। नाल कहंदे ने वे मरदानिया तैं भली वस्त मंगी। जन्म साखी वाला कहंदा है तब मरदाना उबर बाबे की पैरी पड़िया, आगम निगम दी सोझी खोई। आख है एक खिन लाया भुख मिटांदे। महाराज कहंदे ने जिन्नू नाम दृढ़ करा दिता आपां तां लड़ी जाने आ चीज़ खानी चाहिए कि नहीं, सिखां विच आ खानी चाहिए कि नहीं। मैं तो इक्को बेनती करांगा प्यारिओ, इस झगड़े की थां ते नाम वाले पासे जोर इन्ना को दिओ। हर सैकड़े की हर हज़ारां लखां सवाल जिहड़े ने उन्हां नूं मिटा के रख देगा नाम दा ओ हीरा। जदों अंदर वस जाएगा सारे अपने आप सवाल मर जाने। मैं एक दिन कहा सी खाली भांडा आवाज़ां दिंदा है, भरे भांडे नूं टणका के देखो आवाज़ दिंदा है नहीं। गुरु साहब कहंदे आ कि तिस की तृष्णा भुख सब उतरे, ओदियां अखां दी भुख, ओदे कन्नां दी भुख, ओदी रसना दी भुख, ओदे मन दी भुख, ओदी काम दी भुख, हर तरह दी। तिस की तृष्णा भुख सब उतरे पर शर्त जो हर नाम ते आवे। जिहड़ा खरी दे नाम नूं रोज़ जपदा है, खरी दा नाम ते आउंदा है, उस दी कोई भुख नहीं ओदे अंदर। वो तां गुरु तेग बहादुर साहब दी तरह महाराज कहंदे आ माई मैं धन पायो हर नाम, मन मेरो धावन ते छूटियो कर बैठो विश्राम। ये टिक गया हुण, ये नहीं वो जिवें मैं क्या महा संतोख होवे गुरबचनी।
ਪ੍ਰਭ ਸੋਂ ਲੱਗ ਗਏ ਪੂਰਨ ਧਿਆਨ, ਅੰਦਰ ਟਿਕ ਗਿਆ। ਗੁਰੂ ਜੀ ਫਿਰ ਕਹਿ ਰਿਹਾ ਇਸ ਤੋਂ ਅੱਗੇ ਇਕੱਲੀ ਭੁੱਖ ਹੀ ਨਹੀਂ ਜਾਂਦੀ। ਚਲੋ ਇੱਥੋਂ ਤੱਕ ਭੁੱਖ ਚਲੀ ਗਈ ਤਾਂ ਸੰਸਾਰੀ ਜਿਉਂਦੇ ਦੀ ਗੱਲ ਹੋ ਗਈ ਨਾ, ਵੀ ਭੁੱਖ ਮਰ ਗਈ। ਮਹਾਰਾਜ ਕਹਿੰਦੇ ਨਹੀਂ, ਅੱਗੇ ਵੀ ਗੁਰੂ ਸਾਹਿਬ ਕੀ ਕਰਦੇ ਆ, ਜੋ ਹਰ ਹਰ ਨਾਮ ਧਿਆਇਂਦੇ ਤਿੰਨ ਜਮ ਨੇੜ ਨਾ ਆਵੇ। ਜੋ ਹਰੀ ਦੇ ਨਾਮ ਨੂੰ ਧਿਆਉਂਦੇ ਆ, ਸਿਮਰਦੇ ਆ, ਉਹਨਾਂ ਦੇ ਨੇੜੇ ਕਦੀ ਜਮਦੂਤ ਨਹੀਂ ਆਉਂਦਾ। ਮਨ ਦੀ ਤ੍ਰਿਸ਼ਨਾ ਵੀ ਨਾਮ ਬੁਝਾਉਂਦਾ ਹੈ, ਇਸ ਲੋਕ ਵਿੱਚ ਵੀ ਸਾਥੀ ਤੇ ਪਿਆਰਿਓ ਪਰਲੋਕ ਵਿੱਚ ਵੀ। ਸਰੀਰ ਛੱਡ ਕੇ ਜਿਹੜਾ ਜਮਗਨ ਲੋਕ ਵਾਹ ਪੈਂਦੇ ਆ, ਤੇ ਮੈਂ ਆਪ ਨੂੰ ਇੱਕ ਦਿਨ ਬੇਨਤੀ ਕੀਤੀ ਸੀ ਕਿ ਜਮ ਉਹਨਾਂ ਵਾਸਤੇ ਹੈ ਜਿਨ੍ਹਾਂ ਨੇ ਅਪਰਾਧ ਕੀਤਾ ਹੈ। ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦਾ ਵਾਹ ਕੀ ਜੀ। ਇੱਕ ਬੰਦਾ ਮੰਨ ਲਓ ਬਿਲਕੁਲ ਸਹੀ ਚੱਲ ਰਿਹਾ, ਕੋਈ ਮੈਨੂੰ ਕਿਸੇ ਪੁੱਛਿਆ ਸੀ ਜੀ ਧਰਮਰਾਜ ਜਮਦੂਤ ਚਿੱਤਰਗੁਪਤ ਹੁੰਦੇ ਆ, ਤੇ ਮੈਂ ਹੱਸ ਕੇ ਕਿਹਾ ਸੀ ਕਿ ਹੁੰਦੇ ਵੀ ਤੇ ਨਹੀਂ ਵੀ ਹੁੰਦੇ। ਕਹਿੰਦਾ ਜੀ ਇਹ ਤਾਂ ਕੋਈ ਗੱਲ ਨਹੀਂ, ਬੜੀ ਸ਼ੁਗਲ 'ਚ ਉਹਨੇ ਕਿਹਾ। ਕਹਿੰਦਾ ਇਹ ਤਾਂ ਨਹੀਂ ਕੋਈ ਗੱਲ ਹੋ ਗਈ, ਦੁਬਿਧਾ ਹੀ ਹੋ ਗਈ, ਹੁੰਦੇ ਵੀ ਨਹੀਂ ਤੇ ਨਹੀਂ ਹੁੰਦੇ। ਇਹ ਬਾਹਰ ਦੀ ਗੱਲ ਹੈ, ਮੇਰਾ ਖਿਆਲ ਸ਼ਾਇਦ ਅਮਰੀਕਾ ਹੀ ਸੀ। ਮੈਂ ਕਿਹਾ ਭਾਈ ਸੱਜਣਾ, ਆਪਾਂ ਇੰਨੇ ਸਾਲ ਦੇ ਅਮਰੀਕਾ 'ਚ ਆ ਰਹੇ ਹਾਂ, ਇਸ ਸੈਨੋਜ਼ੇ ਸ਼ਹਿਰ 'ਚ ਬੜੀ ਪੁਰਾਣੀ ਗੱਲ ਜੀ ਮੈਨੂੰ ਯਾਦ ਹੈ। ਮੈਂ ਕਿਹਾ ਵੀ ਸ਼ਾਇਦ ਉਹ ਬਜ਼ੁਰਗ ਚੜ੍ਹਾਈ ਵੀ ਕਰ ਗਏ ਆ, ਵੀ ਮੈਂ ਕਿਹਾ ਵੀ ਇੰਨੇ ਸਾਲ ਹੋ ਗਏ ਹੁੰਦਿਆਂ, ਪਰ ਮੈਨੂੰ ਨਹੀਂ ਪਤਾ ਸੈਨੋਜ਼ੇ ਸ਼ਹਿਰ ਜਾਂ ਇਸ ਸ਼ਹਿਰ ਦੀ ਜੇਲ੍ਹ ਕਿੱਥੇ ਹੈ। ਕਹਿੰਦਾ ਜੇਲ੍ਹ ਤੇ ਹੈਗੀ ਹੈ। ਮੈਂ ਕਿਹਾ ਹੈਗੀ ਹੈ, ਮੇਰੇ ਵਾਸਤੇ ਨਹੀਂ ਹੈ ਵੀ ਤੇ ਨਹੀਂ ਵੀ। ਇਹ ਜੇਲ੍ਹ ਉਹਨਾਂ ਵਾਸਤੇ ਵੀ ਜਿਹੜਾ ਅਪਰਾਧ ਕਰ ਰਿਹਾ ਹੈ, ਜਿਹੜਾ ਅਪਰਾਧ ਨਹੀਂ ਕਰਦਾ ਉਹਦੇ ਵਾਸਤੇ ਕਾਹਦੀ ਜੇਲ੍ਹ ਜੀ। ਯਾਦ ਰੱਖਿਓ, ਜਮ ਧਰਮਰਾਜ ਲੇਖੇ ਸਿਰਫ ਉਹਨਾਂ ਲੋਕਾਂ ਲਈ ਨੇ ਜਿਹੜੇ ਇਬਾਦਤ ਤੋਂ ਤੇ ਗੁਰੂ ਤੋਂ ਸਖਣੇ ਆ, ਜਿਨ੍ਹਾਂ ਨਾਲ ਗੁਰੂ ਖਲੋਤਾ, ਨਾ ਚਿੱਤਰਗੁਪਤ ਨਾ ਧਰਮਰਾਜ ਨਾ ਜਮਦੂਤ ਹੈ। ਉਹਨਾਂ ਨੂੰ ਬਾਬਾ ਜੀ ਕਹਿੰਦੇ ਆ ਤੇਰੇ ਨਾਏ ਰੱਤੇ ਸੇ ਜਿਣ ਗਏ ਤਿਨ ਜਮ ਨੇੜ ਨਾ ਆਵੇ, ਤੇਰੇ ਨਾਏ ਰੱਤੇ ਸੇ ਜਿਣ ਗਏ ਖਾਰ ਗਏ ਸੇ ਠੱਗਣ ਵਾਲਿਆ। ਚਿੱਤਰਗੁਪਤ ਸਭ ਲਿਖਤੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ ਨਾ ਪੇਖਾ। ਬੰਦਗੀ ਵਾਲਿਆਂ ਦੇ ਨੇੜੇ ਕਿੱਥੇ ਆਉਣਾ। ਮਹਾਰਾਜ ਜੀ ਨੇ ਬਾਣੀ 'ਚ ਇਹ ਬਚਨ ਵੀ ਕਹੇ। ਮੈਂ ਪਿਛਲੇ ਦਿਨੀ ਇੱਕ ਅਰਜ਼ ਕੀਤੀ, ਇਹ ਪ੍ਰਮਾਣ ਦੁਬਾਰਾ ਦੇਣ ਲੱਗਾ। ਪਿੰਜਰੇ ਵਿੱਚ ਤੋਤਾ, ਪਿੰਜਰੇ 'ਚ ਤੋਤਾ ਤੇ ਸਾਹਮਣੇ ਬਿੱਲਾ। ਜਿਹੜਾ ਤੋਤਾ ਪਿੰਜਰੇ 'ਚ ਬੈਠਾ ਉਹ ਬਿੱਲੇ ਨੂੰ ਟਿਚਰਾਂ ਕਰਦਾ ਹੈ। ਕਿਉਂ? ਉਹ ਕਹਿੰਦਾ ਆ ਮੇਰੇ ਨੇੜੇ, ਆ ਜਿਹੜਾ ਪਿੰਜਰਾ ਸੁਰਾ ਮੇਰੇ ਦੁਆਲੇ ਲੱਗਾ ਹੈ ਨਾ, ਤੇਰੀ ਹਿੰਮਤ ਹੀ ਨਹੀਂ ਪਿੰਜਰੇ ਨੂੰ ਤੋੜ ਸਕੇ। ਕਬੀਰ ਸਾਹਿਬ ਕਹਿੰਦਾ ਜਮਦੂਤ ਤੂੰ ਬਿੱਲੇ ਦੀ ਤਰ੍ਹਾਂ ਹੈ, ਮੈਂ ਸ਼ਬਦ ਦੇ ਪਿੰਜਰੇ 'ਚ ਰਹਿਣਾ, ਤੂੰ ਮੇਰੇ ਨੇੜੇ ਤਾਂ ਆ ਸਹੀ। ਮੇਰੇ ਗੁਰੂ ਨੇ ਨਾਮ ਦਾ ਪਿੰਜਰਾ ਕਰ ਦਿੱਤਾ ਮੇਰੇ ਚਾਰ ਸਵੇਰੇ। ਤੂੰ ਪਿੰਜਰ, ਹੇ ਪ੍ਰਭੂ ਤੂੰ ਪਿੰਜਰਾ ਹੈ। ਹਾਂ ਸਿਉਟਾ ਤੋਰ, ਮੈਂ ਤੇਰਾ ਤੋਤਾ ਹਾਂ। ਜਮ ਮੰਜਾਰ, ਮੰਜਾਰਤ ਬਿੱਲਾ, ਆ ਜਮਦੂਤ ਬਿੱਲਾ ਮੇਰਾ ਕੀ ਗੁਆ ਵਿਗਾੜ ਦੂਗਾ। ਜਿਵੇਂ ਪਿੰਜਰੇ ਵਿੱਚ ਤੋਤੇ ਨੂੰ ਬਿੱਲਾ ਕੁਝ ਨਹੀਂ ਕਹਿ ਸਕਦਾ, ਜਿਹੜਾ ਸ਼ਬਦ ਦੇ ਪਿੰਜਰੇ ਵਿੱਚ ਪੈ ਜਾਏ ਪਿਆਰਿਓ, ਮਰਿਆਦਾ 'ਚ ਪੈ ਜਾਏ, ਉਹਨੂੰ ਮੌਤ ਦੇ ਬਿੱਲੇ ਨੇ ਕੀ ਕਹਿਣਾ ਹੈ। ਤੂੰ ਪਿੰਜਰ, ਹਾਂ ਛੋਟਾ ਤੋਰ, ਜਮ ਮੰਝਾਰ, ਕਹਾਂ ਕਰੇ ਮੋਰ। ਇੱਥੇ ਮਹਾਰਾਜ ਕਹਿੰਦੇ ਨੇ ਜੋ ਹਰ ਹਰ ਨਾਮ ਧਿਆਇਂਦੇ ਤਿੰਨ ਜਮ ਨੇੜ ਨਾ ਆਵੇ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦਾ। ਸਵਾਲ ਫਿਰ ਉੱਥੇ ਵੀ ਮੌਤ ਤਾਂ ਇੱਕੋ ਜਿਹੀ ਹੈ। ਕਈ ਵਾਰੀ ਜਪਣ ਵਾਲਾ ਇੰਨੀ ਦੁਖਦਾਈ ਮੌਤ ਜਾਂਦਾ ਹੈ, ਮੈਂ ਫਿਰ ਅਰਜ਼ ਕਰਾਂਗਾ ਫਿਜ਼ੀਕਲ ਤੌਰ ਤੇ, ਸੁਰ ਦੇ ਤੌਰ ਤੇ ਨਹੀਂ। ਕਿੱਡੀ ਮੌਤ ਜੀ, ਆਰੇ ਨਾਲ ਚੀਰ ਦੇਣਾ, ਦੇਗ 'ਚੋਂ ਪਾਲ ਦੇਣਾ। ਪਿਛਲੇ ਦਿਨੀ ਮੈਂ ਕਿਹਾ ਸਨਮਾਨਯੋਗ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਣਾ, ਉਹਨਾਂ ਦੀਆਂ ਅੱਖਾਂ ਕੱਢਣੀਆਂ, ਉਹਨਾਂ ਦੀਆਂ ਲੱਤਾਂ ਵੱਢਣੀਆਂ, ਜ਼ੰਬੂਰਾਂ ਨਾਲ ਮਾਸ ਖਿੱਚਣਾ। ਤੇ ਮੈਂ ਉਸ ਦਿਨ ਕਿਹਾ ਸੀ ਕਿ ਜਿਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ, ਯੂਰੋਪੀਅਨ ਲੋਕ ਵੀ ਉੱਥੇ ਸਨ। ਉਹਨਾਂ ਨੇ ਅੱਖੀ ਵੇਖੇ ਲਿਖੇ ਨੇ, ਚਸ਼ਮਦੀਦ ਗਵਾਹ ਨੇ। ਫਾਰਸੀ ਦੇ ਸਰੋਤ ਪੰਜਾਬੀ ਛਪ ਗਏ ਅੱਜ ਕੱਲ੍ਹ, ਉਹਦੇ ਵਿੱਚ ਭਾਵੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਲਈ ਸ਼ਬਦਾਵਲੀ ਬੜੀ ਭੱਦੀ ਵਰਤਦਾ ਹੈ, ਪਰ ਮੈਂ ਇੱਕ ਦਿਨ ਕਿਹਾ ਸੀ ਦੁਸ਼ਮਣ ਮਾੜਾ ਮਾੜਾ ਕਹਿੰਦਿਆਂ ਕਈ ਵਾਰੀ ਚੰਗੇ ਗੁਣਾਂ ਦੀ ਗੱਲ ਕਰ ਜਾਂਦਾ ਹੈ। ਉਹਦੇ ਵਿੱਚ ਉਹ ਜਲਾਦ ਨੂੰ ਮੁਕਤੀ ਦਾਤਾ ਕਹਿੰਦੇ ਆ। ਪਰ ਫਿਰ ਵੀ ਇੱਕ ਬੇਨਤੀ ਹੈ, ਭਾਈ ਗੁਰਦਾਸ ਸਾਹਿਬ ਨੂੰ ਕਿਸੇ ਪੁੱਛਿਆ ਵੀ ਆ ਜਿਹੜਾ ਤਿੰਨ ਜਮ ਨੇੜ ਨਾ ਆਵੇ, ਉਹ ਕਹਿੰਦੇ ਜਮਦੂਤ ਉਹਨਾਂ ਦੇ ਨੇੜੇ ਨਹੀਂ ਆਉਂਦਾ। ਦਰਅਸਲ ਉਹ ਸੇਵਕ ਬਣ ਜਾਂਦਾ ਜੀ। ਕਿਵੇਂ?
भाई साहब कहते आ कि पानी की बूंद सीधी कागज़ ते पै जाए तो कागज़ गल जाएगा। जे कागज़ ते घ्यो ला दिओ, थिंदा ला दिओ तो थिंदे वाला कागज़ पानी च छेती नहीं गलदा। दूजी गल, इकल्ला रूह होवे, चिंगारी ला दिओ तो सड़ के राख हो जाएगा। जे बत्ती वट के तेल च भ्यों के दीवे च पाओ तो बलदा है तो चानण दिंदा है, उहनूं अग छेती साड़ नहीं सकती। तीसरी बात, इकल्ला लोहा होवे पानी च डुब जाएगा, लकड़ नाल होवे ते लोहा भी तर जाएगा। भाई साहब इहदा मतलब की कहन लगे, इकल्ला कागज़ गलदा है, थिंदा हो जाए तो पानी नहीं छेती गलदा। प्यारिओ, गुरु दी बाणी दी थंधियाई होवे ते जमदूत नेड़े नहीं आउंदा। जीवन दी बत्ती वट्टी होवे, मर्यादा जीवन होवे ते नाम दे तेल च भिजा होवे, छेती अग नहीं साड़दी। अकल्ला हौमे च तुरिया फिरेगा, लोहा बन के डुब जाएगा। जे गुरु शब्द लकड़ ना लग जाएगा तो तर जाएगा। इस तरह जमदूत सारे संसार नूं डरांदा है, पर जिन्हां ने सतगुरु भेट लिया उन्हां दा दास बन जाता है। भाई साहब ने लिखिया है, जैसे किरतास गर जात जल बूंद पर है, किरत संबंध जल मद सावधान है। जैसे कोट भार तूल तिनक तनक चिनक पर है, तेल मेल दीपक में बाती विद्यमान है। जैसे लो बूढ़ जात सलल में डारती, काष्ट प्रसंग गंग सागर ना मान है। तैसे जमकाल ब्याल सकल संसार ग्रस है। सतगुरु भेटत ही दासन दसान है। महाराज कहते जो हर हर नाम ध्याएंदे, ਜਿਹੜੇ खरी ਨੂੰ ਧਿਆਉਂਦੇ ਨੇ ਉਹਨਾਂ ਦੇ जो हर हर नाम ध्याएंदे तिन तिन जम नेड़ ना आवे। महाराज गुरु रामदास कहते आ पहले पदे च, जन नानक कहो हर कृपा कर। दास नानक ते खरी जी किरपा करो, तुसी मेहर कर दिओ। की जी? ये मेहर करो, नित जपै हर नाम, मैं दिन रात तेरा नाम जपा, दिन रात बंदगी करा, कोई श्वास मेरा तेरे सिमरन तो बिना ना जाए। हर नाम तरावै, वो नाम जपा जिहड़ा जीवां नूं भव सागर तो पार करता है। इस पहले पदे च महाराज जी ने सतगुरु की उपमा नाम की दृढ़ता ते मैं अर्ज की, उस नाम की तफैलिश, ना तृष्णा ना भुख ते मौत के भय तो भी मुक्त। हुण दूसरा पदा है जी, जिन्हें गुरमुख नाम ध्याया तिना फिर बिगन ना होई राम राजे। जिन्हां ने गुरु दे सन्मुख रह के नाम नूं जपिया, उन्हां दी जिंदगी च कोई रुकावट ना आई, बिघन खत्म हो गए। बिघन विनाशन सब दुख नासन, सतगुर नाम दृढ़ाया, खोए पाप भय सब पावन, जन नानक सुख कर आया। उन्हां दे धुर अंदर सुख आ गया। रुकावटां बड़ियां, देखो इस संसार चलना है, अनेकां बंदे बिघन पैदा करनगे, पर जिन्हां ने नाम जपिया वो हर बिघन नूं खत्म करके रख देगा। जिन्हें गुरमुख नाम ध्याया तिना फिर बिघन ना होई राम राजे। उन्हां नूं कोई बिघन नहीं, उन्हां नूं कोई रस्ते विच रुकावट नहीं, कोई उन्हां नूं रोक नहीं सकदा, उन्हां दे रस्ते विच कोई नहीं। वो तां फिर गुरु दे आसरे अरदास करदे आ कि नाम जिहड़ा वो सारे कर कहंदे बिघन किवें आएगा। गुरु ने बख्शिश कीती, परमेश्वर दिता बन्ना, परमेश्वर दिता बन्ना, दुख रोग का दे डेरा भन्ना। अंत करे नर नारी, हर हर प्रभ कृपा धारी, संतो सुख होवा सब ताई। पार ब्रह्म पूर्ण परमेश्वर रव रहा सबनी जाई, धुर की बानी आई, तिन सगली चिंत मिटाई। कोई बिघन नहीं। महाराज कहते बंद पाया मेरा सतगुर पूरा, उन्हें कंध मार दी भी तेरे हल नहीं आउण दिंदा। बंद पाया मेरा सतगुर पूरा, होई सर्ब कल्याण। जिन्हें गुरमुख नाम ध्याया तिना फिर बिघन ना होई राम राजे। हाँ, एक अरदास जरूर आपां करिया करिए। ये जिन्ने बिघन रुकावटां भी आउंदियां ने, हुण ज्योतिषी भी उपाय दसदे आ बिघन दा भी अज तूं आ कर लै, अज आ कर लै। कोई दरिया च मां सट्टी जांदा है, कोई लोहा सट्टी जांदा है। मेरा गुरु साहब कहंदा तू एक काम कर, ग्रह निवारे सतगुरु, तेरी ग्रह चाल भी सतगुरु निवार देगा। ये गल जेन च रखनी भी अरदास दा पल्ला नहीं छड्डना।
कोई काम शुरू करिए, कोई संपूर्ण करिए, तो अरदास विच देग बनाओ तो बहुत चंगी गल। देग बना के अरदास करो। गुरु घर च वैसे प्रसाद देग की महानता सी जी। आ छोलियां वाला प्रसाद, बदाने वाला प्रसाद, आ दूजे प्रसाद जिहड़े ने आपां पिछों रलाए आ। भाई गुरदास साहब ने इस प्रसाद नूं महाप्रसाद भी कह, जिहड़े अर्थ असीं होर करी जाने। आ जिहड़ी कड़ाह प्रसाद जिन्हों पंचा अमृत कहने, जदों कोई समा बने अरदास करो। मैनूं याद है गुरमुख कहंदे हुंदे सन कि कोई बंदे दा कारज ना बने, क्योंकि अरदास तां आपां गुरु नूं कहनी है ना। कहो बिनंती अपने सतगुर पाहे, काज तुम्हारे दे निवाहे। जी की बिरथा होए सो गुर पै अरदास कर। कहंदे ने अमृत वेले सच्ची मुच्ची इबादत बंदगी करने वाले सिंह होण, पाठ करके कड़ा प्रसाद की देग करके, देग सजा के गुरु चरना फेर च अरदास करन, विघन खत्म हुंदे आ। महाराज कह रहा, जिन्नी गुरमुख नाम ध्याया तिना फिर विघन ना होई राम राजे। जिन्नी सतगुर पुरख मनाया, जिन्हां ने सतगुरु पुरख नूं जिहड़ा सर्व शक्तिमान है उहनूं मना लिया, जिन्हां ने गुरु नूं मना लिया, तिन पूजै सब कोई। उन्हां दी पूजा, उन्हां दा सन्मान, उन्हां दा सत्कार हर कोई करदा है। महाराज कहते जिन सतगुरु, जिन्नी सतगुरु प्यारा सेविया, जिन्हां ने मेरे प्यारे सतगुरु नूं चेते किया। किड्डे प्यारे लफ्ज ने। जिन्हां ने मेरा प्यारा सतगुरु याद किया, उहदी सेवा की, हथी सेवा की, तिना सुख सद कोही। जिन्हों महाराज कहते सतगुरु की सेवा सफल है, जे को करे चितलाए, मन चिंदिया फल पामना खौमै विचो जाए। जिन्हों गुरु जी कहते हस्ती सिर जो अंक सखाए, ऐरन ज्यों सिर दे। जिमें हाथी दे सिर ते कुंडा है, समर्पण करदा है अपने आप नूं। जिमें कुंडे उत्ते वदान दियां सट्टां वजदियां ने, ऐरन ते वदान दी सट वजदी है। हस्ती सिर जो अंक सखाए, ऐरन जो सिर दे। मन तन आगे राख है, ऊ भी सेव करे सावधान होके। यूं गुरमुख आप निवारी है, जिन्नी सतगुर प्यारा सेविया। यूं गुरमुख आप निवारी है, सब राज सृष्ट काले। महाराज कहते जिन्नी सतगुर प्यारा सेविया, तिना सुख सद होई। सदीव काल लई उन्हां नूं सुख, लख खुशियां पातशाहियां जे सतगुर नदर करे। महाराज कहंदे आ उन्हां नूं वो सुख मिल गया जिन्ना नानक सतगुरु भेटिया। जिथों शुरुआत हुई, जिन्हां नूं दास नानक महाराज के सतगुरु जी कह रहा, जिन्हां ने सतगुरु दा मिलाप हासिल किया, जिहड़े सतगुरु दी शरण भी चले गए, प्यारिओ तिन्हां मिलिया हर सोई। उन्हां नूं हरी परमात्मा परमेश्वर वाहिगुरु मिलिया, जिन्हां ने सतगुरु दे चरण परसे। अज दे इन्हां दो पदियां दा इक्को ही भाव है, आपां सतगुरु वाले बणीए। गुरु ग्रंथ साहिब साडा इष्ट है। अमृत दी दात पंजां तो लैके नाम दृढ़ करिए, उस नाम दी कमाई हत्थीं सेवा करिए। सतगुरु साडे रूहानी जीवन च बख्शिश करन। ते उंज भी बड़ा स्पष्ट है, समाप्ति ते मैं कहन लगा, ये गुरु वास्ते कुछ भी नहीं। एक पदा कह के असीं पढ़ने आ ना, गुरु दी बख्शिश करन दे तरीके आ। गुरु अर्जुन साहब कहंदे सफल दर्शन पेखत पुनीत, परसत चरणगत निर्मल रीत, भेटत संग राम गुण रवै, पार ब्रह्म की दरगह गवै, सुनकर बचन करन आगाने, मन संतोख आत्म पतियाने। गुरु दे दर्शन सफल, गुरु नूं परसना स्पर्श। महाराज कहते पूरा गुर पूरा सतगुरु, अखेहो जां का मंत्र, अमृत दृष्ट पेखै होए संत। जदों अमृत दृष्टि नाल देखदा है, आम मामूली बंदे नूं सतवादी रूहानीयत च भरपूर कर दिंदा है। पर तां जिवें बाबा फरीद साहब ने कहा ना कि भाई इक्को गल चेते रखो, बोलीए सच धर्म झूठ ना बोलीए। जो गुरु दस्सै वाट मुरीदा जोलीए, जो गुरु मार्ग दसदा उहदे ते चल सकीए। इन्नियां कु बेनतियां स्वीकार करियो।